ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਡਾ ਟੀਵੀ USA। ਬੜੇ ਫੇਮਸ ਬੰਦਿਆਂ ਨੂੰ ਦੇਖਿਆ ਹੋਣਾ ਤੁਸੀਂ, ਬੜੀਆਂ ਅੱਡ-ਅੱਡ ਚੀਜ਼ਾਂ ਵੀ ਵੇਖੀਆਂ ਹੋਣੀਆਂ, ਪਰ ਅੱਜ ਅਸੀਂ ਤੁਹਾਨੂੰ ਜਿਹੜੇ ਸ਼ਖਸ ਨਾਲ ਮਿਲਾਵਾਂਗੇ, ਜਿਹੜੀਆਂ ਉਹ ਚੀਜ਼ਾਂ ਦੱਸਣਗੇ, ਜਿਹੜੀਆਂ ਉਹਨਾਂ ਦੀਆਂ ਮਹਾਰਤਾਂ ਹਾਸਲ ਨੇ, ਉਹ ਤਕਰੀਬਨ ਨਾ ਤਾਂ ਅੱਜ ਤੱਕ ਸੁਣੀਆਂ ਗਈਆਂ ਅਤੇ ਨਾ ਲੋਕਾਂ ਦੇ ਵਿੱਚ ਵਿਚਰੀਆਂ। ਅਸੀਂ ਗੱਲ ਕਰਦੇ ਹਾਂ ਜਦੋਂ ਹਰੇਕ ਮੁੱਦੇ ਬਾਰੇ, ਤਾਂ ਕੁਛ ਇਹੋ ਜਿਹੀਆਂ ਚੀਜ਼ਾਂ ਨੇ ਜੋ ਹਜੇ ਤੱਕ ਪੰਜਾਬ 'ਚ ਹੀ ਨਹੀਂ, ਇੰਡੀਆ ਦੇ ਵਿੱਚ ਵੀ ਬਹੁਤ ਛੋਟੇ ਲੈਵਲ 'ਤੇ ਨੇ, ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ। ਸੋ ਸਾਡੇ ਨਾਲ ਮੌਜੂਦ ਹੈ ਫਲਾਵਰ ਸਿੰਘ ਜੀ, ਮਿੱਡੂ ਖੇੜਾ। ਸੋ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਕੀ ਕੀਤਾ ਅੱਜ ਤੱਕ, ਅਤੇ ਜਿਹੜੀਆਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਨਾਮ ਹੈ, ਐਡਾ ਵੱਡਾ ਨਾਮ ਹੈ, ਉਹ ਕਿਵੇਂ ਬਣਿਆ, ਕਿੱਥੋਂ ਤੱਕ ਉਹ ਗਏ। ਸੋ ਦੋਸਤੋ, ਫਲਾਵਰ ਸਿੰਘ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਫਲਾਵਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡਾ ਟੀਵੀ USA 'ਤੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਡਾ ਟੀਵੀ USA ਦਾ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਾਂ ਜੋ ਸਾਡੀਆਂ ਬਰੂਹਾਂ 'ਤੇ ਚੱਲ ਕੇ ਆਏ ਨੇ। ਤੋ ਅਸੀਂ ਸਾਰੇ ਦਰਸ਼ਕਾਂ ਦਾ ਵੀ ਸ਼ੁਕਰੀਆ ਕਰਦੇ ਹਾਂ। ਫਲਾਵਰ ਸਿੰਘ ਜੀ, ਲਿਮਕਾ ਬੁੱਕ ਦੇ ਵਿੱਚ ਤੁਹਾਡਾ ਨਾਮ ਰਿਕਾਰਡ ਹੋਇਆ, ਤੁਹਾਡੀ ਪਤਨੀ ਦਾ ਨਾਮ ਰਿਕਾਰਡ ਹੋਇਆ, ਤੁਹਾਡੇ ਬੱਚੇ ਦਾ ਨਾਮ ਰਿਕਾਰਡ ਹੋਇਆ। ਪਹਿਲਾਂ ਤਾਂ ਤੁਸੀਂ ਆਪ ਦੇ ਬਾਰੇ ਦੱਸੋ ਵੀ ਤੁਹਾਡਾ ਜਿਹੜਾ ਨਾਮ ਲਿਮਕਾ ਬੁੱਕ ਦੇ ਵਿੱਚ ਹੋਇਆ, ਉਹ ਕੀ ਕਾਰਨ ਸੀ, ਕਿਵੇਂ ਹੋਇਆ, ਕਿਹੜੀ ਮਾਰ ਤੋਂ ਤੁਸੀਂ ਹਾਸਲ ਕੀਤੀ ਵੀ ਲਿਮਕਾ ਬੁੱਕ ਦੇ ਵਿੱਚ ਨਾਮ ਤੁਹਾਡਾ ਦਰਜ ਹੋਇਆ ਜੀ। ਸਭ ਤੋਂ ਪਹਿਲਾਂ ਹੀ ਮੈਂ ਜਿਹੜਾ ਸੀ ਬਿਨਾਂ ਚੈਨ ਤੋਂ ਸਾਈਕਲ ਚਲਾਉਣ ਦੇ ਵਿੱਚ ਨਾ ਹੌਲੀ ਹੌਲੀ ਪਹਿਲਾਂ ਸਲੋ ਸਾਈਕਲਿੰਗ ਹੁੰਦਾ ਸੀ, ਤੋ ਸਲੋ ਸਾਈਕਲਿੰਗ ਦੇ ਵਿੱਚ ਮੈਂ ਸਾਈਕਲ ਚਲਾਉਂਦਾ ਸੀ। ਫਿਰ ਉਸ ਤੋਂ ਬਾਅਦ ਬਿਨਾਂ ਚੈਨ ਤੋਂ ਮੇਲਿਆਂ ਮੂਲਿਆਂ ਦੇ ਵਿੱਚ ਚੈਨ ਲਾ ਕੇ ਅਸੀਂ ਸਾਈਕਲ ਚਲਾਉਂਦੇ ਰਹੇ। ਕਬੱਡੀ ਕੱਪਾਂ ਦੇ ਵਿੱਚ ਜਾਂਦੇ, ਉੱਥੇ ਸਾਨੂੰ ਕੁਛ ਨਾ ਕੁਛ ਹੌਸਲਾ ਅਫਜ਼ਾਈ ਕਰਦੇ ਲੋਕ, ਉਤਸ਼ਾਹ ਵੱਧਦਾ ਗਿਆ। ਇਹ 2011 ਦੇ ਵਿੱਚ ਇੱਕ ਇੰਟਰਨੈਸ਼ਨਲ ਸਾਈਕਲ ਮੇਲਾ ਲੁਧਿਆਣੇ ਦੇ ਗਲਾਡਾ ਗਰਾਊਂਡ 'ਚ ਹੋਇਆ, ਪਹਿਲਾ ਸਾਈਕਲ ਮੇਲਾ। ਉਸ ਵਕਤ ਮੈਂ ਉਹਨਾਂ ਨਾਲ ਸੰਪਰਕ ਕਰਿਆ, ਏਵਨ ਕੰਪਨੀ ਦੇ ਮਾਲਕ ਸੀ ਓਂਕਾਰ ਸਿੰਘ ਜੀ ਪਾਵਾ। ਤਾਂ ਉਹਨਾਂ ਨੇ ਕਿਹਾ ਤੁਸੀਂ ਆਓ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ, ਇਹੋ ਜਿਹੀ ਅਸੀਂ ਤਕਨੀਕ ਜਾਂ ਕੋਈ ਨਹੀਂ ਦੇਖਿਆ। ਤਾਂ ਉੱਥੇ ਮੈਂ ਫਿਰ 2 ਦਿਨ ਸਾਈਕਲ ਮੇਲੇ ਦੇ ਵਿੱਚ ਚਲਾਇਆ ਬਿਨਾਂ ਚੈਨ ਤੋਂ। ਉਹਨਾਂ ਨੇ ਮੈਨੂੰ ਸਨਮਾਨਿਤ ਵੀ ਕੀਤਾ, ਸਾਈਕਲ ਦਿੱਤਾ। ਔਰ ਉੱਥੇ ਮੀਡੀਆ ਨੇ ਮੈਨੂੰ ਬੜਾ ਉਤਸ਼ਾਹਿਤ ਕੀਤਾ ਵੀ ਤੁਸੀਂ ਗਿਨੀਜ਼ ਬੁੱਕ ਦੇ ਵਿੱਚ, ਲਿਮਕਾ ਬੁੱਕ ਦੇ ਵਿੱਚ ਨਾਮ ਦਰਜ ਕਰਾਓ। ਇਹ ਚੀਜ਼ ਅਸੀਂ ਵੇਖੀ ਨਹੀਂ ਅੱਜ ਤੱਕ। ਤਾਂ ਉਸ ਤੋਂ ਬਾਅਦ ਮੇਰਾ ਥੋੜ੍ਹਾ ਉਸ ਟਾਈਮ ਵੇਟ ਵੱਧ ਸੀ। ਮੈਂ 1 ਸਾਲ ਦੇ ਵਿੱਚ ਵੇਟ ਲੂਜ਼ ਕੀਤਾ ਔਰ ਪ੍ਰੈਕਟਿਸ ਕਰੀ ਦਿਨ ਰਾਤ। ਅਤੇ 2013 ਦੇ ਵਿੱਚ ਮੈਂ 9.6 ਕਿਲੋਮੀਟਰ ਸਾਈਕਲ 1 ਘੰਟੇ ਦੇ ਵਿੱਚ ਲਾ ਕੇ ਲਿਮਕਾ ਬੁੱਕ ਦੇ ਵਿੱਚ ਰਿਕਾਰਡ ਬਣਾਇਆ। ਅੱਛਾ ਜੀ, ਬਿਨਾਂ ਚੇਨ ਤੋਂ ਸਾਈਕਲ ਚਲਾਉਣਾ ਮੈਨੂੰ ਲੱਗਦਾ ਹਾਲੇ ਵੀ ਕਿਸੇ ਨੂੰ ਕਹੀਏ ਤਾਂ ਪੋਸੀਬਲ ਨਹੀਂ। ਤੁਹਾਡੇ ਦਿਮਾਗ 'ਚ ਕਿਵੇਂ ਆਇਆ ਉਹਨਾਂ ਟਾਈਮਾਂ 'ਚ ਜਦੋਂ ਮਤਲਬ ਇਹ ਗੱਲਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦੀਆਂ ਸੀ ਕਿ ਅਸੀਂ ਇੱਦਾਂ ਫੇਮਸ ਵੀ ਹੋ ਜਾਵਾਂਗੇ ਜਾਂ ਇਹ ਕੰਮ ਕੀਤਾ ਜਾ ਸਕਦਾ, ਕਿਵੇਂ ਦਿਮਾਗ 'ਚ? ਨਹੀਂ, ਇਹ ਫੇਮਸ ਦਾ ਤਾਂ ਮੈਨੂੰ ਵੀ ਨਹੀਂ ਇਹ ਸੀ ਵੀ ਮੈਂ ਇੰਨਾ ਫੇਮਸ ਹੋ ਜਾਵਾਂਗਾ, ਪਰ ਮੀਡੀਆ ਨੇ ਮੈਨੂੰ ਇਹ ਜਿਹੜੇ ਦੱਸਿਆ ਜਾਂ ਗੁਰ ਦੱਸਿਆ ਵੀ ਤੁਸੀਂ ਕਰੋ ਤਿਆਰੀ, ਇਹ ਚੀਜ਼ ਨਵੀਂ ਤਕਨੀਕ ਹੈਗੀ ਹੈ, ਇਸ ਚੀਜ਼ ਤੁਸੀਂ ਦੇਖੀ ਨਹੀਂ ਗੀ ਬਿਲਕੁਲ। ਤਾਂ ਉਸ ਨੇ ਮੈਨੂੰ ਉਤਸ਼ਾਹਿਤ ਕੀਤਾ ਔਰ ਮੈਂ ਲਿਮਕਾ ਬੁੱਕ ਦੇ ਵਿੱਚ 13 ਦੇ ਵਿੱਚ ਰਿਕਾਰਡ ਬਣਾਇਆ। 14 'ਚ ਮੈਂ ਗਿਨੀਜ਼ ਦੇ ਬੁੱਕ ਅਪਲਾਈ ਕੀਤਾ, ਗਿਨੀਜ਼ ਬੁੱਕ ਦੇ ਵਿੱਚ, ਔਰ ਮੇਰਾ 14 ਦੇ ਵਿੱਚ ਵਰਲਡ ਰਿਕਾਰਡ ਬਣ ਗਿਆ। ਅੱਛਾ ਨਹੀਂ, ਤੁਹਾਡੇ ਦਿਮਾਗ 'ਚ ਕਿਵੇਂ ਆਇਆ ਕਿ ਬਿਨਾਂ ਚੇਨ ਤੋਂ ਵੀ ਸਾਈਕਲ ਚੱਲ ਸਕਦੀ ਹੈ? ਉਹ ਤਾਂ ਜੀ ਬਚਪਨ ਜਵਾਨੀ ਦੇ 10ਵੀਂ 'ਚ ਪੜ੍ਹਦੇ ਸੀ, ਉਦੋਂ ਸ਼ਰਾਰਤੀ ਟਾਈਮ ਹੁੰਦਾ ਸੀਗਾ, ਕਿ ਹੱਸਣ ਖੇਡਣ ਦਾ ਟਾਈਮ ਹੁੰਦਾ ਸੀ। ਉਦੋਂ ਚਲਾਈ ਜਾਂਦੇ ਸੜਕਾਂ 'ਤੇ, ਸ਼ਰਾਰਤਾਂ ਕਰਦੇ ਰਹਿੰਦੇ, ਚੌੜ ਚੈਨ ਟੁੱਟ ਗਈ, ਚੈਨ ਲੈ ਗਈ, ਉਵੇਂ ਲਈ ਜਾਂਦੇ ਹੌਲੀ ਹੌਲੀ। ਉਸ ਤੋਂ ਫਿਰ ਸ਼ੌਕ ਬਣ ਗਿਆ, ਸ਼ੌਕ ਤੋਂ ਬਾਅਦ ਫਿਰ ਇਹ ਲਾਈਨ ਫੜ ਲਈ। ਅੱਛਾ, ਤੁਹਾਨੂੰ ਦਸਤਾਰ ਮੁਕਾਬਲੇ ਦੇ ਵਿੱਚ ਵੀ ਪੂਰੇ ਪੰਜਾਬ 'ਚ 6ਵਾਂ ਨੰਬਰ ਮਿਲਿਆ। ਉਦੋਂ ਜਦੋਂ ਕਿ ਦਸਤਾਰ ਕਿਸੇ ਨੂੰ ਚੱਜ ਨਾਲ ਬੰਨ੍ਹਣੀ ਵੀ ਨਹੀਂ ਆਉਂਦੀ ਸੀਗੀ, ਉਦੋਂ ਜਿਵੇਂ ਦਸਤਾਰ ਲਪੇਟ ਲਈ ਜਿੱਦਾਂ ਆਪਾਂ ਕਹਿੰਦੇ ਹਾਂ ਹੈ ਨਾ, ਉਹ ਉਵੇਂ ਚੱਲਦਾ ਸੀ। ਅਤੇ ਉਦੋਂ ਤੁਸੀਂ ਪਟਿਆਲਾ ਸ਼ਾਹੀ ਬੰਦ ਸੀ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਦਰਸ਼ਕਾਂ ਨੂੰ ਕਿ ਕੀ ਮਾਹੌਲ ਸੀ ਉਦੋਂ ਦਾ, ਅਤੇ ਕਿਵੇਂ ਤੁਸੀਂ ਮਤਲਬ ਆਪਦੀ ਦਸਤਾਰ 'ਤੇ ਇੰਨੀ ਸਫਾਈ ਲਿਆਂਦੀ? ਪਟਿਆਲਾ ਸ਼ਾਹੀ ਤਸਰ ਜਿਹੜਾ ਇਹ ਸਟਾਈਲ ਹੈਗਾ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਵੀ ਸਾਰੇ ਬੰਨ੍ਹਦੇ ਸੀ, ਪਰ ਉਦੋਂ ਹੁਣ ਵਾਲੇ ਸਟਾਈਲ ਨਹੀਂ ਸੀ, ਥੋੜ੍ਹਾ ਫਰਕ ਸੀ। ਕਿਉਂ ਉਦੋਂ ਖੱਦਰ ਦੀਆਂ ਪੱਗਾਂ ਹੁੰਦੀਆਂ ਸੀ ਵੱਡੀਆਂ। ਅਤੇ ਉਸ ਤੋਂ ਬਾਅਦ ਕਿ ਮੈਂ ਜਿਹੜਾ ਪੱਗ ਬੰਨ੍ਹਣ ਦਾ ਮੈਨੂੰ ਸ਼ੌਕ ਸੀ ਬਚਪਨ ਤੋਂ ਹੀ। ਮਾਤਾ ਪਹਿਲਾਂ ਮੇਰੇ ਸਜਾ ਕੇ ਪੱਗ 5ਵੀਂ 6ਵੀਂ 'ਚ ਮਾਤਾ ਜੀ ਬੰਨ੍ਹ ਕੇ ਮੇਰੇ ਪੱਗ ਭੇਜਦੇ ਹੁੰਦੇ ਸੀ ਸਕੂਲ। ਤਾਂ ਉਸ ਤੋਂ ਬਾਅਦ ਮੇਰਾ ਜਿਹੜਾ ਉਹ ਹੈ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ ਵੀ ਤੂੰ ਇਸ ਤਰ੍ਹਾਂ ਬੰਨ, ਇਸ ਤਰ੍ਹਾਂ ਲਾ, ਪਟਿਆਲਾ ਸ਼ਾਹੀ ਮੈਂ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ। ਫਿਰ ਖੰਡੇ ਧਾਰ ਮੈਗਜ਼ੀਨ ਜਲੰਧਰ ਕੰਪੀਟੀਸ਼ਨ ਕਰਵਾਉਂਦਾ ਹੁੰਦਾ ਸੀ, ਉਹ ਹਰ ਮਹੀਨੇ ਕਰਵਾਉਂਦੇ, ਹਰ ਸਾਲ
ਇਨਾਮ ਸ਼ਨਾਮ ਦਿੰਦੇ ਪੂਰਾ। ਫਿਰ ਅਸੀਂ ਉੱਥੇ ਭਾਗ ਲਿਆ। ਉੱਥੇ ਮੇਰਾ ਪੰਜਾਬ 'ਚੋਂ 6ਵਾਂ ਨੰਬਰ ਸੀ। ਹਾਲਾਂਕਿ ਉੱਥੇ ਯੂਨੀਵਰਸਿਟੀਆਂ ਕਾਲਜਾਂ ਦੇ ਮੁੰਡੇ ਬੜੇ ਪੜ੍ਹੇ ਲਿਖੇ ਤੇ ਪਹੁੰਚੇ ਸੀ। ਤੋ ਠੀਕ ਮੈਨੂੰ 6ਵਾਂ ਸਥਾਨ ਮਿਲ ਗਿਆ। ਮੈਨੂੰ ਸੰਤੁਸ਼ਟੀ ਹੈ ਕਿ ਮੈਂ ਸਹੀ, ਮੈਨੂੰ ਇਨਸਾਫ ਹੋਇਆ ਮੇਰੇ ਨਾਲ। ਅੱਛਾ, ਨਹੀਂ ਤੁਹਾਨੂੰ ਪਤਾ ਸੀਗਾ ਜੀ ਕਿ ਅਸੀਂ ਇਹ ਜਿਹੜੀ ਪੱਗ ਬੰਨ੍ਹਦੇ ਹਾਂ ਪਟਿਆਲਾ ਸ਼ਾਹੀ ਹੈ ਅਤੇ ਇਹ ਇੰਨੀ ਪੁਰਾਣੀ ਪੁਰਾਤਨ ਪੱਗ ਹੈ ਅਤੇ ਇਹਨੂੰ ਆਏਂ ਅਸੀਂ ਹੋਰ ਵਧੀਆ ਕਰ ਸਕਦੇ ਹਾਂ, ਉਹ ਤਾਂ ਪੱਗਾਂ ਤਾਂ ਫਿਰ ਜਦੋਂ ਲਾਈਨ ਹੀ ਇਹੀ ਸੀ ਕਿ ਪੱਗਾਂ ਦੀ, ਸਾਡੇ ਤਕਰੀਬਨ ਉਦੋਂ ਸਾਰੇ ਜਮਾਤੀ ਬੰਨ੍ਹਦੇ ਸੀ। ਇੱਕ ਦੋ ਮੁੰਡੇ ਸੀ ਜਿਹੜੇ 42 ਬੱਚੇ ਸੀ ਸਾਡੀ ਕਲਾਸ ਦੇ, ਸਾਰੇ ਬੰਨ੍ਹਦੇ ਸੀਗੇ। ਦੋ ਤਿੰਨ ਬੱਚੇ ਜਿਹੜੇ ਨਹੀਂ ਬੰਨ੍ਹਦੇ ਸੀ। ਤੋ ਰੂਟੀਨ ਹੀ ਸੀ। ਘਰ ਦੇ ਵਿੱਚ ਦਾਦਾ ਜੀ ਸੀ, ਬਹੁਤ ਸੋਹਣੀ ਪੱਗ ਬੰਨ੍ਹਦੇ ਸੀ। ਸਾਡੇ ਤਾਇਆ ਜੀ ਸੀਗੇ, ਬਾਪੂ ਜੀ ਸੀ ਸਾਡੇ, ਬਹੁਤ ਸੋਹਣੀ ਪੱਗ ਬੰਨ੍ਹਦੇ ਸੀ। ਉਸ ਟਾਈਮ 'ਚ ਵੀ ਉਹਨਾਂ ਨੇ ਲਾਹੌਰ ਦੇ ਵਿੱਚ ਵੀ ਉਹਨਾਂ ਨੇ ਜਿਹੜੇ ਹੈ ਹੈਲਥ ਕੰਪੀਟੀਸ਼ਨ ਦਾਦਾ ਜੀ ਨੇ 1928 ਦੇ ਵਿੱਚ 15 ਰੁਪਏ ਉਸ ਟਾਈਮ ਨਗਦ ਇਨਾਮ ਜਿੱਤਿਆ ਸੀਗਾ। ਅੱਛਾ, ਜਿਹੜੀ ਪਟਿਆਲਾ ਸ਼ਾਹੀ ਪੱਗ ਹੈ ਜੀ, ਉਹ ਉਦੋਂ ਜਦੋਂ ਤੁਸੀਂ ਬੰਨ੍ਹਦੇ ਸੀ ਉਦੋਂ 'ਚ ਅਤੇ ਹੁਣ 'ਚ ਕਿੰਨਾ ਕੁ ਡਿਫਰੈਂਸ ਜਿਹੜਾ ਆ ਚੁੱਕਿਆ? ਇਹ ਹੁਣ ਤਾਂ ਮੀਡੀਆ ਦੇ ਉੱਤੇ YouTube ਤੇ ਬੜੇ ਸੋਰਸ ਹੈਗੇ ਸਿੱਖਣ ਦੇ, ਬੜੇ ਕੈਂਪ ਲੱਗਦੇ ਨੇ, ਬੜੇ ਸੈਂਟਰ ਬਣੇ ਹੋਏ ਸ਼ਹਿਰਾਂ 'ਚ, ਹਰ ਥਾਂ ਤੇ ਸਿਖਾਉਂਦੇ ਨੇ। ਪਰ ਉਸ ਟਾਈਮ ਇਹ ਨਹੀਂ ਸੀਗਾ। ਉਸ ਟਾਈਮ ਤਾਂ ਆਪਣੇ ਆਪ ਹੀ ਜਿਹੜਾ ਸੀ ਕਰਨਾ ਪੈਂਦਾ ਸੀਗਾ। ਉਸ ਟਾਈਮ ਉਦੋਂ ਕੋਈ ਸੋਰਸ ਨਹੀਂ ਸੀਗਾ ਦੱਸਣ ਦਾ, ਇਹ ਸਿਖਾਉਣ ਦਾ। ਅੱਛਾ, ਅੱਗੇ ਗੱਲ ਕਰਦੇ ਹਾਂ। ਤੁਸੀਂ ਪੰਜਾਬੀ ਲਿਖਾਈ ਦੇ ਵਿੱਚ ਵੀ ਜਿਹੜਾ ਹੈ ਤੁਹਾਨੂੰ ਮਹਾਰਤ ਹਾਸਲ ਹੈ, ਤੁਸੀਂ ਲਿਖਦੇ ਰਹਿੰਦੇ ਹੋ। ਬੇਸਿਕਲੀ ਕਿਸ ਚੀਜ਼ ਦੇ ਉੱਤੇ ਲਿਖਦੇ ਹੋ? ਮੇਰਾ ਲਿਖਣ ਦਾ ਵਿਸ਼ਾ ਜੋ ਸਾਡੇ ਸਮਾਜ 'ਚ ਕੁਰੀਤੀਆਂ, ਭਰੂਣ ਹੱਤਿਆ ਹੈ ਜਾਂ ਪ੍ਰਦੂਸ਼ਣ ਵੱਧ ਰਿਹਾ ਹੈ, ਪੇੜ ਪੌਦੇ ਖਤਮ ਹੋ ਰਹੇ ਆ, ਪੰਛੀਆਂ ਦੀ ਜਿਹੜੀ ਹੈ ਬਹੁਤ ਜਾਤੀਆਂ ਜਿਹੜੀਆਂ ਅਲੋਪ ਹੋ ਰਹੀਆਂ ਨੇ, ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ, ਔਰ ਮੈਂ ਜਦੋਂ ਮੇਰੇ ਮਨ ਨੂੰ ਝੰਜੋੜਦੇ ਆ ਉਹ ਲਿਖਣ ਵਾਸਤੇ ਪ੍ਰੇਰਿਤ ਕਰਦੇ ਨੇ। ਬੱਚੀਆਂ ਅੱਜ ਕੱਲ੍ਹ ਜਿਨ੍ਹਾਂ ਦਾ ਸੜਕਾਂ 'ਤੇ ਚੱਲਣਾ ਬੜਾ ਮੁਸ਼ਕਲ ਹੋਇਆ ਪਿਆ, ਉਹਨਾਂ ਦੀ ਸਕਰੀਨਿੰਗ ਹੋ ਰਹੀ, ਅੱਖਾਂ ਨਾਲ ਹੀ ਉਹਨਾਂ ਨੂੰ ਜਿਹੜਾ ਹੈ ਇੱਜ਼ਤ ਤਕਾਈ ਜਾ ਰਹੀ ਉਹਨਾਂ ਦੀ। ਤੋ ਸੋ ਉਹਨਾਂ ਕ੍ਰਿਤੀਆਂ ਕਰਕੇ ਹੁਣ ਮੇਰਾ ਪਿੱਛੇ ਲੇਖ ਲਿਖਿਆ ਸੀਗਾ, ਮੈਂ ਉਹ ਲੱਗਿਆ ਸੀਗਾ ਮਹਿਲਾ ਦਿਵਸ 'ਤੇ, ਤੋ ਬਹੁਤ ਪਾਪੂਲਰ ਹੋਇਆ ਹੈਗਾ। ਤੋ ਮੇਰਾ ਕ੍ਰਿਤੀਆਂ ਨੂੰ ਲੈ ਕੇ ਹੀ ਜਿਹੜਾ ਲਿਖਣ ਦੇ ਵਿਸ਼ੇ ਹੈਗੇ ਨੇ। ਅੱਛਾ, ਜਦੋਂ ਅਸੀਂ ਆਏ ਅਤੇ ਸਾਨੂੰ ਤੁਸੀਂ ਦੱਸਿਆ ਕਿ ਜਿਹੜੇ ਪੰਛੀਆਂ ਦੇ ਘੋਂਸਲੇ ਨੇ ਉਹ ਵੀ ਤੁਸੀਂ ਲਾਉਣੇ ਹੋ ਆਪਦੇ ਘਰੇ, ਤੁਹਾਨੂੰ ਚੰਗਾ ਲੱਗਦਾ ਹੈ। ਉਹ ਕੀ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਕਿ ਇਹ ਚੀਜ਼ ਹੈ ਜਿਹੜੀ ਅਟਰੈਕਟ ਵੀ ਕਰਦੀ ਹੈ ਹਰੇਕ ਬੰਦੇ ਨੂੰ? ਕਿਵੇਂ ਉਹ ਪੰਛੀ, ਪੇੜ ਪੌਦੇ ਜਾਂ ਪੰਛੀਆਂ ਦੇ ਵਿੱਚ ਰਹਿਣਾ ਨਾ ਕੁਦਰਤ ਦੀ ਗੋਦ ਦੇ ਵਿੱਚ ਬੈਠਣ ਦਾ ਇੱਕ ਸਭ ਤੋਂ ਵਧੀਆ ਔਰ ਨਾਯਾਬ ਤਰੀਕਾ ਹੈ। ਅਗਰ ਤੁਸੀਂ ਕੁਦਰਤ ਨੂੰ ਜਾਂ ਰੱਬ ਨੂੰ ਪਾਉਣਾ ਚਾਹਦੇ ਹੋ ਤਾਂ ਉਹ ਇਹਨਾਂ ਦੇ ਵਿੱਚ ਹੀ ਹੈ, ਪੰਛੀਆਂ 'ਚ ਹੈ, ਪੇੜ ਪੌਦਿਆਂ 'ਚ ਹੈ। ਨੇਚਰ ਹੈ, ਨੇਚਰ ਹੀ ਕੁਦਰਤ ਹੈ, ਕੁਦਰਤੀ ਰੱਬ ਹੈ। ਅੱਛਾ, ਸਾਈਕਲਿੰਗ ਦੇ ਵਿੱਚ ਤੁਹਾਨੂੰ ਮਹਾਰਤ ਹਾਸਲ ਹੈ, ਬਿਨਾਂ ਚੇਨ ਤੋਂ ਤੁਸੀਂ ਸਾਈਕਲਿੰਗ ਚਲਾਉਣੇ ਹੋ। ਹੁਣ ਵੀ ਸਾਈਕਲਿੰਗ ਕਰਦੇ ਹੋ? ਮੈਂ ਸਾਈਕਲਿੰਗ ਜ਼ਰੂਰ ਕਰਦਾ, ਪਰ ਮੈਂ ਥੋੜ੍ਹਾ ਹਾਰਟ ਦੀ ਪ੍ਰੋਬਲਮ ਕਰਕੇ ਮੈਂ ਛੱਡਿਆ ਹੋਇਆ। ਹੁਣ ਸੋਸ਼ਲ ਵਰਕ ਕਰਦਾ ਮੈਂ ਸਿਰਫ। ਹਾਂਜੀ। ਇੱਕ ਪੁਰਾਤਨ ਜਿਹੜੇ ਤੁਹਾਡੇ ਕੋਲੇ ਭਾਂਡੇ ਨੇ, ਉਹਦੇ ਬਾਰੇ ਕੀ ਹੈਗੇ ਤੁਹਾਡੇ ਕੋਲੇ? ਮੇਰੇ ਕੋਲੇ ਜੀ ਤਕਰੀਬਨ 1.5 ਕੁਇੰਟਲ ਕਾਂਸੀ ਦੇ, ਪਿੱਤਲ ਦੇ, ਗ੍ਰਾਮੋਫੋਨ, ਪੁਰਾਣੇ ਤਵੇ 100 ਸਾਲ ਪੁਰਾਣੇ, ਉਹ ਰਿਕਾਰਡ ਬੜੇ ਸਲੀਕੇ ਨਾਲ ਅਸੀਂ ਸਾਂਭ ਕੇ ਰੱਖੇ ਹੋਏ ਨੇ, ਪੱਥਰ ਦੇ, ਲਾਖ ਦੇ ਜਿਹੜੇ ਪਹਿਲਾਂ ਆਉਂਦੇ ਸੀ। ਔਰ ਬਰਤਨ ਜਿਹੜੇ ਮੇਰੇ ਕੋਲੇ ਹੈਗੇ ਨੇ ਐਂਟੀਕ, ਜਿਹੜੇ ਅੱਜ ਕੱਲ੍ਹ ਬੇਹੱਦ ਕੀਮਤੀ ਬਰਤਨ ਨੇ, ਉਹ ਸੰਭਾਲ ਕੇ ਰੱਖੇ ਹੋਏ। ਸਕੂਲਾਂ ਕਾਲਜਾਂ 'ਚ ਜਾਂਦੇ ਹਾਂ, ਪ੍ਰਦਰਸ਼ਨੀ ਲਾਉਣੇ, ਅਸੀਂ ਬੱਚਿਆਂ ਨੂੰ ਦੱਸਦੇ ਹਾਂ ਕਿ ਸਾਡਾ ਜਿਹੜਾ ਹੈ ਵਿਰਸਾ ਇਹ ਸੀ, ਤਾਂ ਉਹਨਾਂ ਨੂੰ ਜਾਣੂ ਕਰਵਾਉਣੇ ਅਸੀਂ। ਇਹ ਕਿੰਨਾ ਕੁ ਟਾਈਮ ਲੱਗਿਆ ਇਹ ਸਾਰਾ ਕੁਝ ਇਕੱਠਾ ਕਰਨ 'ਤੇ? ਕਿੰਨਾ ਕੁ ਔਖਾ ਹੋਇਆ? ਕਿਉਂਕਿ ਹਰੇਕ ਚੀਜ਼ ਤਾਂ ਆਪਣੇ ਕੋਲ ਅਵੇਲੇਬਲ ਨਹੀਂ ਹੁੰਦੀ, ਤੁਸੀਂ ਇੱਧਰੋਂ ਉੱਧਰੋਂ ਇਕੱਠਾ ਵੀ ਕੀਤਾ ਹੋਊਗਾ। ਕਿੰਨਾ ਕੁ ਟਾਈਮ ਲੱਗਿਆ? ਰਣਧੀਰ ਸਿੰਘ ਧੁੰਨਾ ਜੀ ਬਠਿੰਡੇ ਤੋਂ ਸਾਡੇ ਮਿੱਤਰ ਨੇ, ਉਹਨਾਂ ਤੋਂ ਲੱਗਣ ਲੱਗੀ। ਉਹਨਾਂ ਕੋਲੇ ਕਾਫੀ ਜਿਹੜਾ ਹੈ ਸੀ ਕਲੈਕਟ ਸੀ ਸਮਾਨ, ਉਹਨਾਂ ਨੇ ਇਕੱਠਾ ਕੀਤਾ ਸੀ। ਤਾਂ ਹੌਲੀ ਹੌਲੀ ਜਿਹੜਾ ਹੈ ਅਸੀਂ ਲਗਾਤਾਰ ਕਰਦੇ ਰਹੇ, ਜਿਵੇਂ ਜਿੱਥੋਂ ਵੀ ਜੋ ਮਿਲਿਆ, ਜੋ ਰੇਟ ਵੀ ਮਿਲਿਆ, ਉਹ ਅਸੀਂ ਨਹੀਂ ਛੱਡਿਆ ਹੈਗਾ, ਇਕੱਠਾ ਕਰਿਆ ਸਮਾਨ। ਅਤੇ ਇਹ 'ਚ ਤਾਂ ਬਹੁਤ ਪੈਸਾ ਵੀ ਚਾਹੀਦਾ ਹੋਊਗਾ, ਕਿਉਂਕਿ ਜਦੋਂ ਅਸੀਂ ਕਿਸੇ ਕੋਲੇ ਜਾਂਦੇ ਹਾਂ ਤਾਂ ਉਹ ਬਹੁਤ ਛੋਟੀ ਚੀਜ਼ ਦਾ ਵੀ ਬਹੁਤ ਵੱਡਾ ਮੁੱਲ ਅਗਲਾ ਮੰਗ ਲੈਂਦਾ। ਫਿਰ ਕਿੰਨਾ ਕੁ ਤੁਸੀਂ ਸਮਝਦੇ ਹੋ ਜਿੰਨਾ ਤੁਹਾਡੇ ਕੋਲ ਸਮਾਨ ਹੈ, ਕਿੰਨਾ ਕੁ ਪੈਸਾ ਇਨਵੈਸਟ ਕੀਤਾ ਹੋਇਆ ਤੁਸੀਂ ਉਹਦੇ ਵਿੱਚ? ਸਾਡਾ ਘੱਟੋ ਘੱਟ ਵੀ ਜੀ ਮੈਂ ਅੱਜ ਸੋਚਾਂ ਤਾਂ 1.5-2 ਲੱਖ ਰੁਪਇਆ ਲੱਗਿਆ ਹੋਇਆ ਜੀ। ਕਿਉਂ ਜਦੋਂ ਦੁਕਾਨ 'ਤੇ ਜਾ ਵੜਦੇ ਆ ਤਾਂ ਉਹ ਮੂੰਹ ਮੰਗਿਆ ਪੈਸੇ ਦੇਣੇ ਹੀ ਪੈਂਦੇ ਨੇ। ਸ਼ੌਕ ਦਾ ਵੀ ਕੋਈ ਮੁੱਲ ਨਹੀਂ ਹੁੰਦਾ, ਔਰ ਜੋ ਦੁਕਾਨਦਾਰ ਵੀ ਉਹ ਫਿਰ ਅੜ ਜਾਂਦੇ, ਉਹਨੂੰ ਪਤਾ ਹੁੰਦਾ ਲੈ ਕੇ ਜਾਣਗੇ, ਔਰ ਉਹ ਜੋ ਮੰਗ ਲੈਂਦੇ ਫਿਰ ਅਸੀਂ ਦੇ ਕੇ। ਜਦੋਂ 200 ਰੁਪਏ ਪਿੱਤਲ ਦਾ ਰੇਟ ਸੀ, ਅਸੀਂ 600 ਰੁਪਏ ਪੁਰਾਣਾ ਪਿੱਤਲ ਉਹਨਾਂ ਤੋਂ ਖਰੀਦੇ, 600 ਦੇ ਹਿਸਾਬ ਨਾਲ ਵੀ।
ਹਾਂਜੀ। ਤੇ ਉਹ ਹੁਣ ਜਿਹੜਾ ਤੁਸੀਂ 1.5-2 ਲੱਖ ਰੁਪਏ ਕਹਿ ਰਹੇ ਹੋ, ਵੈਸੇ ਤਾਂ ਉਹ ਕਿਸੇ ਕੰਮ ਦਾ ਨਹੀਂ, ਕਿਉਂਕਿ ਉਹ ਤੁਸੀਂ ਲਾ ਕੇ ਸਟਾਕ ਕਰ ਲਿਆ। ਤੇ ਕਦੇ ਤੁਹਾਨੂੰ ਇਹ ਲੱਗਿਆ ਨਹੀਂ, ਜਾਂ ਕਿਤੋਂ ਘਰ ਬੰਨਿਓ ਜਾਂ ਬੱਚਿਆਂ ਨੇ ਇਹ ਦਬਾਅ ਨਹੀਂ ਪਾਇਆ ਕਿ ਵੀ ਇਹ ਕਿਹੜੇ ਪਾਸੇ ਤੁਰ ਗਏ, ਤੁਸੀਂ ਪੈਸੇ ਲਾ ਕੇ ਰੱਖੀ ਜਾਂਦੇ ਹੋ? ਨਹੀਂ, ਮੇਰੇ ਪਰਿਵਾਰ ਦਾ ਮੈਨੂੰ ਪੂਰਾ ਸਹਿਯੋਗ ਰਹਿੰਦਾ ਹੈ, ਔਰ ਅਸੀਂ ਹਰ ਦੀਵਾਲੀ ਵੇਲੇ ਸਾਰੇ ਬਰਤਨਾਂ ਨੂੰ ਲਿਸ਼ਕਾ ਕੇ ਰੱਖਦੇ ਹਾਂ, ਪੂਰਾ ਸਾਫ਼ ਕਰਕੇ ਰੱਖਦੇ ਹਾਂ। ਕੁਝ ਵਰਤੋਂ 'ਚ ਵੀ ਲੈਂਦੇ ਅਸੀਂ, ਜਿਹੜੇ ਬਰਤਨ ਹੈਗੇ ਬਹੁਤ ਵਧੀਆ ਉਹਨਾਂ ਨੂੰ ਵਰਤੋਂ 'ਚ ਲੈਂਦੇ ਹਾਂ। ਡਿਨਰ ਸੈੱਟ ਹੈ, ਟੀ ਸੈੱਟ ਹੈ, ਉਹਨਾਂ ਨੂੰ ਅਸੀਂ ਵਰਤਦੇ ਵੀ ਹਾਂ, ਔਰ ਪੂਰੇ ਪਰਿਵਾਰ ਦਾ ਮੇਰੇ ਨਾਲ ਸਹਿਯੋਗ ਹੈ। ਅੱਛਾ, ਉਸ ਤੋਂ ਬਾਅਦ ਜੀ ਤੁਹਾਡੀ ਪਤਨੀ ਦਾ ਵੀ ਇੱਕ ਲਿਮਕਾ ਬੁੱਕ ਦੇ ਵਿੱਚ ਰਿਕਾਰਡ ਹੈਗਾ, ਨਾਮ ਹੈਗਾ, ਉਹ ਕਿਵੇਂ ਹੋਇਆ? ਉਹ ਸੀ 2-2 3-3 ਰਿਕਾਰਡ ਹੁੰਦੇ ਆ ਪਰਿਵਾਰ ਦੇ। ਅਸੀਂ ਵੀ ਸੋਚਿਆ ਵੀ ਚਲੋ ਰਿਕਾਰਡ ਹੋਰ ਬਣਾਈਏ, ਫਿਰ ਅਸੀਂ ਹਜੇ ਵੀ ਟਰਾਈ ਕਰ ਰਹੇ ਹਾਂ, ਚੱਲ ਰਹੀ ਹੈ ਦੌੜੇ, ਅਸੀਂ ਕਰੀ ਜਾਂਦੇ ਹਾਂ, ਪਰ ਕਿਸੇ ਸਫਲ ਹੋ ਜਾਂਦੇ, ਕਿਸੇ 'ਚ ਅਸਫਲ ਹੋ ਜਾਂਦੇ। ਤੋ ਧਰਮ ਪਤਨੀ ਮੈਂ ਆਪਦੇ ਨਾਲ ਉਹਨੂੰ ਬਰਾਬਰ ਖੜੀ ਕਰਨੀ ਚਾਹੁੰਦਾ ਸੀ ਵੀ ਮੈਂ ਬਣਾਇਆ ਤੇ ਇਹਦਾ ਵੀ ਹੋਣਾ ਚਾਹੀਦਾ। ਸੋ ਅਸੀਂ ਵੇਖਿਆ ਲਿਮਕਾ ਬੁੱਕ ਦੇ ਜਿਹੜਾ 7 ਫੁੱਟ ਦਾ ਰਿਕਾਰਡ ਸੀ, ਔਰ 6-7 ਫੁੱਟ ਦੇ ਮੇਰੇ ਘਰੇ ਆਮ ਹੀ ਗੇਂਦੇ ਦੇ ਪੌਦੇ ਸੀਗੇ। ਤੋ ਅਸੀਂ ਉਹਨੂੰ ਫਿਰ ਆਫ ਸੀਜ਼ਨ ਲਾ ਕੇ ਛਾਂ ਦੇ ਵਿੱਚ ਲਾਇਆ, ਬਾਂਸ ਦੇ ਸਾਰੇ ਵਧਾਇਆ, ਔਰ 10 ਫੁੱਟ 6 ਇੰਚ ਦਾ ਹੋ ਗਿਆ। ਅਸੀਂ ਲਿਮਕਾ ਬੁੱਕ ਦੇ ਜਿਹੜੇ ਐਡੀਟਰ ਉਹਨਾਂ ਨਾਲ ਸੰਪਰਕ ਕੀਤਾ, ਤਾਂ ਉਹ ਸਾਡਾ ਰਿਕਾਰਡ ਹਲ ਬਿਲਕੁਲ ਹੈਗਾ, ਕਾਇਮ ਹੈ, ਅਜੇ ਤੱਕ ਨਹੀਂ ਟੁੱਟਿਆ ਜੀ। ਅੱਛਾ, ਇੱਕ ਗੱਲ ਹੋਰ ਹੈ ਫਲਾਵਰ ਸਿੰਘ ਜੀ, ਜਿਹੜੇ ਤੁਸੀਂ ਰਿਕਾਰਡ ਬਣਾਏ ਸੀ ਉਹ ਹਾਲੇ ਤੱਕ ਸਾਰੇ ਕਾਇਮ ਹੈ? ਕੀ ਸਮਝਦੇ ਹੋ, ਉਹ ਕਦੇ ਨਾ ਕਦੇ ਕੋਈ ਨਾ ਕੋਈ ਆਊਗਾ ਰਿਕਾਰਡ ਤੋੜਨ ਵਾਲਾ, ਜਾਂ ਫਿਰ ਤੁਹਾਡੇ ਜਿਉਂਦੇ ਜੀ ਪੋਸੀਬਲ ਹੈ ਨਹੀਂ? ਨਹੀਂ, ਰਿਕਾਰਡ ਤਾਂ ਬਣਦੇ ਹੀ ਟੁੱਟਣ ਵਾਸਤੇ ਹੈ ਜੀ। ਮੈਨੂੰ ਬੜਾ ਉਤਸ਼ਾਹ ਹੈ, ਮੈਂ ਖੁਸ਼ ਹੋਵਾਂਗਾ ਜੇ ਕੋਈ ਮੇਰਾ ਰਿਕਾਰਡ ਤੋੜੇਗਾ ਤਾਂ। ਔਰ ਸਾਡੇ 3 ਰਿਕਾਰਡ ਲਿਮਕਾ ਬੁੱਕ ਦੇ ਵਿੱਚ ਨੇ। ਬੇਟੇ ਦਾ ਸਭ ਤੋਂ ਛੋਟੇ ਪੌਦੇ ਦਾ 25 mm ਗਲੇਡੀਓਸ ਆਮ 3 ਤੋਂ 5 ਫੁੱਟ ਦਾ ਹੁੰਦਾ ਹੈ, ਔਰ ਅਸੀਂ 1 ਇੰਚ ਤੇ ਉਹਨੂੰ ਰੋਕ ਕੇ ਬੋਨਸਾਈ ਟੈਕਨੀਕ ਦੇ ਨਾਲ ਉਸ ਦਾ ਬੇਟੇ ਦਾ ਰਿਕਾਰਡ ਵੀ ਬਣਾਇਆ ਹੈ। ਔਰ ਟੁੱਟ ਜਾਣਗੇ ਰਿਕਾਰਡ, ਟੁੱਟਦੇ ਆਏ ਆ, ਬਣਦੇ ਆਏ ਅਕਸਰ। ਮੈਨੂੰ ਖੁਸ਼ੀ ਹੋਵੇਗੀ ਅਗਰ ਕੋਈ ਰਿਕਾਰਡ ਸਾਡਾ ਤੋੜੇਗਾ ਤਾਂ। ਅੱਛਾ, ਹੁਣ ਤੁਸੀਂ ਗੱਲ ਕੀਤੀ ਬੌਨਸਾਈਜ਼ ਟੈਕਨੀਕ ਦੀ, ਇਹ ਟੈਕਨੀਕ ਨੂੰ ਮੈਨੂੰ ਨਹੀਂ ਲੱਗਦਾ ਕਿ ਸਾਡੇ ਨੇੜੇ ਤੇੜੇ ਕੋਈ ਜਾਣਦਾ ਹੋਊਗਾ। ਇਹ ਟੈਕਨੀਕ ਬਾਰੇ ਥੋੜ੍ਹਾ ਜਿਹਾ ਦੱਸੋ ਵੀ ਹੈ ਕੀ ਚੀਜ਼ ਹੈ? ਇਹ ਮੈਂ 1999-2000 ਦੇ ਵਿੱਚ ਇਸ ਬਾਰੇ ਪੜ੍ਹਿਆ ਸੀ। ਮੈਨੂੰ ਬੜੀ ਹੈਰਾਨੀ ਹੋਈ ਵੀ ਜਿਸ ਪੌਦੇ ਨੂੰ ਜਿੱਥੇ ਚਾਹੀਏ ਉੱਥੇ ਰੋਕਿਆ ਜਾ ਸਕਦਾ ਹੈ। ਤਾਂ ਮੈਂ ਸਾਹਿਤ ਦੇ ਵਿੱਚੋਂ ਜੋ ਜਿੱਥੋਂ ਵੀ ਮੈਨੂੰ ਮਿਲੇ, ਲੇਖ ਮਿਲੇ, ਮੈਂ ਉਹ ਪੜ੍ਹਿਆ। ਫਿਰ ਮੈਂ ਟੈਕਨੀਕ ਦੀ ਜਾਣਕਾਰੀ ਲਈ। ਗਵਾਲੀਅਰ ਰੇਸ ਦੀ ਟ੍ਰੇਨਿੰਗ ਦੇ ਰਹੇ ਸੀ ਉਸ ਟਾਈਮ, ਕੋਈ ਮਾਲੀ ਸੀਗਾ। ਤਾਂ ਮੈਂ 2003 ਦੇ ਵਿੱਚ ਜਾ ਕੇ ਗਵਾਲੀਅਰ ਉੱਥੇ 1 ਮਹੀਨਾ 1.5 ਮਹੀਨਾ ਲਾਇਆ, ਅਤੇ ਉੱਥੋਂ ਟ੍ਰੇਨਿੰਗ ਲੈ ਕੇ ਆਏ ਪੂਰੀ। ਅਤੇ ਉਸ ਤੋਂ ਬਾਅਦ ਮੈਂ ਆਉਣ ਸਾਰੇ ਪੌਦੇ ਜਿਹੜੇ ਸ਼ੌਕੀਆ ਲਾਉਣੇ ਸ਼ੁਰੂ ਕਰ ਦਿੱਤੇ। ਹੁਣ ਮੇਰੇ ਕੋਲ 100-150 ਪੌਦਾ ਹੈ ਜਿਹੜਾ ਮੈਂ ਬੋਨਸਾਈ ਤਿਆਰ ਕੀਤਾ ਹੋਇਆ ਹੈ। ਔਰ ਮੈਂ ਇਹ ਸੋਚਦਾ ਮੇਰਾ ਕੋਈ ਸਹਿਯੋਗ ਕਰੇ, ਬੱਚਿਆਂ ਨੂੰ ਫੁਰਸਤ ਹੋਵੇ ਇਹ ਨਾਲ ਲੱਗਣ। ਮੈਂ ਉੱਤਰ ਭਾਰਤ ਦੀ ਪਹਿਲੀ ਜਿਹੜੀ ਨਰਸਰੀ ਹੈ ਤਿਆਰ ਕਰਨੀ ਚਾਹੁੰਦਾ। ਬੋਨਸਾਈ ਪਹਿਲੀ ਨਰਸਰੀ ਹੋਏਗੀ ਉੱਤਰ ਭਾਰਤ ਦੇ ਵਿੱਚ। ਅੱਛਾ, ਬੌਨਸਾਈ ਜਿਹੜੀ ਹੈਗੀ ਹੈ ਜੀ, ਇਹ ਕਿੱਥੋਂ ਦੀ ਵਿਧੀ ਹੈ, ਅਤੇ ਤੁਹਾਡੇ ਅੱਗੇ ਜਦੋਂ ਆਇਆ, ਤੁਸੀਂ ਇਹ ਐਡੇ ਵੱਡੇ ਪੱਧਰ 'ਤੇ ਕੰਮ ਕਰ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਨਵੀਂ ਚੀਜ਼ ਹੈ? ਕਿਉਂਕਿ ਕਿਸੇ ਵੀ ਦਰਖਤ ਨੂੰ, ਜਿਵੇਂ ਆਪਾਂ ਗੱਲ ਕਰੀਏ ਪਿੱਪਲ ਹੈ, ਬੋਹੜ ਹੈ, ਨਿੰਮ ਹੈ, ਬਹੁਤ ਵੱਡੇ ਵੱਡੇ ਦਰਖਤ, ਅਤੇ ਉਹ ਆਪਾਂ ਇੱਕ ਗਮਲੇ ਤੱਕ ਸੀਮਿਤ ਰੱਖਣਾ ਕਿੱਥੋਂ ਤੱਕ ਪੋਸੀਬਲ ਹੈ? ਇਹ ਟੈਕਨੀਕ ਜਾਪਾਨ ਦੀ ਹੈ ਜੀ, ਕਮ ਸੇ ਕਮ 1000-1100 ਸਾਲ ਪੁਰਾਣੀ ਹੈ। ਜਾਪਾਨ ਨੇ ਅੱਜ ਤੱਕ ਜਿਹੜੀ ਤਕਨੀਕ ਵੀ ਆਈ ਉਹ ਛੇਤੀ ਜਲਦੀ ਬਾਹਰ ਨਹੀਂ ਜਾਣ ਦਿੱਤੀ ਆਪਦੇ ਦੇਸ਼ ਤੋਂ। ਜਾਪਾਨ ਚਲੀ ਗਈ ਚੀਨ ਤੋਂ ਇਹ ਤਕਨੀਕ। ਜਾਪਾਨ ਨੇ ਫਿਰ ਉਹ ਕੀ ਹੈ ਪੂਰੇ ਇਹ ਆਪਣੇ ਯੂਰਪ ਦੇ ਵਿੱਚ ਉਹਨਾਂ ਦੀ ਪ੍ਰਦਰਸ਼ਨੀ ਲਾਉਣੀ ਸ਼ੁਰੂ ਕਰ ਦਿੱਤੀ। ਔਰ ਜਾਪਾਨ ਦੇ ਵਿੱਚ ਜਿਵੇਂ ਸਾਡੇ ਪਿਤਾ ਪੁਰਖੀ ਧੰਦਾ ਖੇਤੀ ਅਸੀਂ ਬੱਚੇ ਸਿੱਖਦੇ ਆ, ਉੱਥੇ ਸਾਰਾ ਪਰਿਵਾਰ ਹੀ ਕਰਦਾ ਹੈ, ਉੱਥੇ ਕੰਟੀਨਿਊ ਚੱਲੀ ਜਾਂਦਾ। ਹੁਣ ਥਾਈਲੈਂਡ ਜਾਂ ਜਾਪਾਨ ਤੋਂ, ਚਾਈਨਾ ਤੋਂ ਸਾਡੇ ਪੌਦੇ ਆਉਂਦੇ 20-30 ਹਜ਼ਾਰ ਕੋਸਟ ਉਹਨਾਂ ਦੀ ਪੈਂਦੀ ਹੈ। ਇਸ ਨੂੰ ਅਸੀਂ ਮੁੱਖ ਰੱਖ ਕੇ ਵੀ ਇੱਥੇ ਤਿਆਰ ਕੀਤੇ ਜਾਣ ਪੌਦੇ, ਵਿਦੇਸ਼ਾਂ 'ਚੋਂ ਪੈਸਾ ਨਾ ਜਾਵੇ, ਸਾਡੇ ਦੇਸ਼ 'ਚ ਹੀ ਹੋਵੇ, ਔਰ ਸ਼ੌਕ ਲੋਕਾਂ ਦੇ ਵਿੱਚ ਪੈਦਾ ਹੋਵੇ। ਇਸ ਕਰਕੇ ਅਸੀਂ ਇਹ ਤਕਨੀਕ ਸ਼ੁਰੂ ਕਰ ਰਹੇ ਹਾਂ। ਅੱਛਾ, ਜਿਹੜਾ ਉਹ ਪੌਦਾ ਹੈ ਜੀ, ਉਹ ਆਮ ਪੌਦਾ ਹੁੰਦਾ ਹੈ ਜਿਹੜਾ ਉਹਨੂੰ ਮੋਡੀਫਾਈ ਕਰਦੇ? ਹਾਂਜੀ ਹਾਂਜੀ, ਆਮ ਬੀਜ ਅਸੀਂ ਲਾ ਕੇ ਆਪ ਤਿਆਰ ਕਰ ਰਹੇ ਹਾਂ, ਕਲਮਾਂ ਲਾ ਕੇ ਕਰ ਰਹੇ ਹਾਂ। ਆਮ ਪੌਦਾ ਹੈ, ਉਸ ਨੂੰ ਬਸ 2 ਜਾਂ 3 ਇੰਚ ਹੱਦ 4 ਇੰਚ, ਇਹ ਤੋਂ ਵੱਧ ਮਿੱਟੀ 'ਚ ਨਹੀਂ, ਉਸ 'ਚ ਰੱਖ ਕੇ ਇਸ ਦੀ ਜਿਹੜੀ ਹੈਗੀ ਹੈ ਸਟੈਂਡ ਰੂਟ ਉਹਨੂੰ ਕੱਟਿਆ ਜਾਂਦਾ ਹੈ, ਤਾਂ ਉਹ ਰੁਕ ਜਾਂਦਾ ਹੈ। ਹਰ ਸਾਲ ਇਹਦੀ ਪਹਿਲੇ 5 ਸਾਲ, ਹਰ 6 ਮਹੀਨੇ ਬਾਅਦ, ਸਾਲ ਬਾਅਦ ਮਿੱਟੀ ਚੇਂਜ ਕਰੋ, ਜੜ੍ਹਾਂ ਕੱਢਣੀਆਂ ਪੈਂਦੀਆਂ ਨੇ। ਉਸ ਤੋਂ ਬਾਅਦ ਫਿਰ ਇਹਦੀ ਕਟਾਈ, ਇਹਨੂੰ ਸ਼ੇਪ ਜੋ ਮਰਜ਼ੀ ਦੇ ਦਿਓ, ਤਾਰਾਂ ਬੰਨ੍ਹ ਕੇ। ਉਸ ਤਰ੍ਹਾਂ ਹੁਣ ਤਾਂ YouTube 'ਤੇ ਉਪਲਬਧ ਹੈ, ਜੋ ਮਰਜ਼ੀ ਜਾਣਕਾਰੀ ਲਓ, ਸਭ ਮਿਲ ਜਾਂਦੀ ਹੈ ਇਸ ਬਾਰੇ।
ਅੱਛਾ, ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਇਹ ਕਰਦੇ ਹੋਏ ਨੂੰ, ਤੇ ਕਿੰਨੀ ਕੁ ਖੁਸ਼ੀ ਹੁੰਦੀ ਹੈ ਜਦੋਂ ਆ ਕੇ ਤੁਹਾਡੀ ਇਸ ਵਿਧੀ ਨੂੰ ਲੋਕ ਤੁਹਾਨੂੰ ਕਹਿੰਦੇ ਆ ਵੀ ਇਹ ਬੜਾ ਚੰਗਾ ਕੰਮ ਹੈ? ਕਿਉਂਕਿ ਅਸੀਂ ਗੱਲ ਕਰੀਏ ਵੱਡੇ ਸ਼ਹਿਰਾਂ ਦੀ, ਤਾਂ ਵੱਡੇ ਸ਼ਹਿਰਾਂ ਦੇ ਵਿੱਚ ਅੱਜ ਲੋਕਾਂ ਕੋਲੇ ਥਾਂ ਹੈ ਨਹੀਂ ਦਰਖਤ ਲਾਉਣ ਦਾ, ਪੌਦੇ ਲਾਉਣ ਦਾ। ਤਾਂ ਇੱਕ ਜਿਹੜੇ ਦਰਖਤਾਂ ਵਾਲਾ ਸ਼ੌਂਕ ਆ, ਅਸੀਂ ਉਹ ਗਮਲੇ 'ਚ ਪੂਰੇ ਕਰ ਸਕਦੇ ਹਾਂ, ਉਹ ਤੁਸੀਂ ਕਰਵਾ ਸਕਦੇ ਹੋ ਲੋਕਾਂ ਨੂੰ। ਕਿੰਨੀ ਕੁ ਖੁਸ਼ੀ ਹੁੰਦੀ ਹੈ? ਨਹੀਂ, ਵੱਡੇ ਸ਼ਹਿਰਾਂ 'ਚ ਜਿਵੇਂ ਹੈ, ਲੋਕਾਂ ਨੂੰ ਹੁਣ ਡਰਾਇੰਗ ਰੂਮ 'ਚ ਰੱਖਦੇ ਨੇ, ਘਰਾਂ ਦੇ ਵਿੱਚ ਆਮ ਸਜਾਵਟ, ਲੋਕਾਂ ਦਾ ਇਸ ਪਾਸੇ ਰੁਝਾਨ ਵਧਿਆ ਹੈ, ਸ਼ੌਕ ਹੈ, ਲੋਕਾਂ ਕੋਲ ਫੁਰਸਤ ਹੈ, ਕਰਦੇ ਨੇ। ਪਰ ਜਿਹੜਾ ਹੈ ਤਿਆਰ ਖੁਦ ਕਰਨ ਦਾ ਉਹਨਾਂ ਕੋਲ ਵਿਧੀ ਵਿਧਾਨ ਨਹੀਂ ਹੈਗਾ। ਉਹ ਇਹਨਾਂ ਨੂੰ ਕਰੇ ਕਰਾਏ ਜ਼ਿਆਦਾ, ਜਿਹੜੇ ਬਾਹਰੋਂ ਬਹੁਤ ਕੋਸਟਲੀ ਆਉਂਦੇ ਸਾਨੂੰ ਪੌਦੇ। ਅਸੀਂ ਕਹਿੰਦੇ ਵੀ ਇੱਥੇ ਲੋਕ ਸਿੱਖਣ, ਮੈਂ ਵੀ ਚਾਹੁੰਦਾ ਮੇਰੇ ਕੋਲੇ ਕੋਈ ਆਉਣ ਲੜਕੇ ਸਿੱਖਣ। ਮੈਂ SKD ਯੂਨੀਵਰਸਿਟੀ ਹਨੂੰਮਾਨਗੜ੍ਹ, ਉੱਥੋਂ ਕੁਝ ਬੱਚਿਆਂ ਨੂੰ ਮੈਂ ਦੇ ਰਿਹਾ, ਟ੍ਰੇਨਿੰਗ ਦੇ ਰਿਹਾ, ਕੁਝ ਸਿੱਖਣ, ਉਹ ਅੱਗੇ ਆਉਣ, ਕਰਨ ਤਿਆਰ ਪੌਦੇ। ਅੱਛਾ, ਤੁਸੀਂ ਸੇਲ ਵਾਸਤੇ ਵੀ ਰੱਖੇ ਹੋਏ ਨੇ ਜੀ? ਜੇ ਕੋਈ ਲਾਉਣਾ ਚਾਹੁੰਦਾ ਹੈ ਤਾਂ ਤੁਸੀਂ ਮਤਲਬ ਸੇਲ ਵੀ ਦਿੰਦੇ ਹੋ, ਅਗਲੇ ਨੂੰ ਪੌਦਾ ਦਿੰਦੇ ਵੀ? ਹਾਂਜੀ, ਮੈਂ ਪਹਿਲਾਂ ਤਾਂ ਸ਼ੌਕੀਆ ਲਾਏ ਸੀ 20-30 ਪੌਦੇ, ਫਿਰ ਇਸ ਟਾਈਮ ਮੇਰੇ ਕੋਲ 100-150 ਹੈ, ਵਿੱਚੋਂ ਕੁਝ ਮੈਂ ਸੇਲ ਕਰ ਵੀ ਚੁੱਕਿਆ। ਔਰ ਮੈਂ ਹੁਣ ਇਹਨਾਂ ਨੂੰ ਵਧਾਉਣਾ ਚਾਹੁੰਦਾ ਵੀ ਵੱਧ ਤੋਂ ਵੱਧ ਇਹਨਾਂ ਨੂੰ ਵਧਾਇਆ ਜਾਵੇ ਔਰ ਸੇਲ ਕੀਤੀ ਜਾਵੇ। ਹਾਲਾਂਕਿ ਇਹਨਾਂ ਦਾ ਜਿਹੜਾ ਪ੍ਰਚਲਨ ਹੈ ਜ਼ਿਆਦਾ ਵੱਡੇ ਸ਼ਹਿਰਾਂ ਦੇ ਵਿੱਚ ਹੈ, ਜੈਪੁਰ ਹੈ, ਚੰਡੀਗੜ੍ਹ ਹੈ, ਵੱਡੇ ਸ਼ਹਿਰਾਂ ਦੇ ਵਿੱਚ ਹੀ ਚੱਲਦਾ ਹੈ। ਤੋ ਹੌਲੀ ਹੌਲੀ ਲੋਕਾਂ ਦੇ ਵਿੱਚ ਜਿਵੇਂ ਜਿਵੇਂ ਜਾਣਕਾਰੀ ਆਊਗੀ ਤਾਂ ਲੋਕ ਖਰੀਦਣਗੇ। ਅੱਛਾ, ਹੁਣ ਤੁਸੀਂ ਇੱਕ ਆਪਦੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਚਲਾ ਰਹੇ ਹੋ, ਸਾਹਿਤਕ ਲਾਇਬ੍ਰੇਰੀ, ਉਹਦੇ ਬਾਰੇ ਥੋੜ੍ਹਾ ਜਿਹਾ। ਇਹ ਮੈਨੂੰ ਆਪ ਜਿਹੜਾ 1978-79 ਦੇ ਵਿੱਚ ਤੋਂ ਟ੍ਰਿਬਿਊਨ ਪੜ੍ਹਨ ਦਾ ਸ਼ੌਕ ਸੀ। ਸ਼ੌਕ ਪੜ੍ਹਦੇ ਫਿਰ ਉਹਨੂੰ ਲਿਖਣ ਦਾ ਵੀ ਸ਼ੌਕ ਹੋਇਆ। ਔਰ ਲਿਖਣ ਦੇ ਵਾਸਤੇ ਸਾਨੂੰ ਘੱਟੋ ਘੱਟ ਵੀ ਜੇ ਅਸੀਂ ਇੱਕ ਕਿਤਾਬ ਲਿਖਣੀ ਹੈ ਤਾਂ 10 ਕਿਤਾਬਾਂ 15 ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ। ਅਤੇ ਸਾਹਿਤ ਦੀ, ਪੰਜਾਬੀ ਸਾਹਿਤ ਦੀ ਬਹੁਤ ਭਾਰੀ ਕਮੀ ਰਹੀ ਹੈ। ਪੰਜਾਬੀਅਤ ਦੀ ਇਹ ਬਦਕਿਸਮਤੀ ਕਹਿ ਲਈਏ, ਇਹ ਸਾਹਿਤ ਬਹੁਤ ਮਹਿੰਗਾ ਸੀ। ਤੋ ਅਸੀਂ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਨੂੰ ਅਰਜ਼ ਕੀਤੀ। ਉਹਨਾਂ ਨੇ ਸਾਡੇ ਪਿੰਡ ਲਾਇਬ੍ਰੇਰੀ ਜਿਹੜੀ ਸਾਡੀ ਮੰਗ ਦੇ ਉੱਤੇ ਭੇਜੀ ਹੈ। ਹੁਣ ਇਸ ਟਾਈਮ ਸਾਡੇ ਕੋਲ ਇੱਕ ਕਮਰਾ ਵਿਸ਼ਾਲ, ਬਹੁਤ ਵਧੀਆ ਲਾਇਬ੍ਰੇਰੀ ਹੈ। 6000 ਦੇ ਕਰੀਬ ਪੁਸਤਕਾਂ ਜਿਹੜੀਆਂ ਉਹਦੇ ਵਿੱਚ ਮੌਜੂਦ ਨੇ, ਹਰ ਤਰ੍ਹਾਂ ਦੀ ਪੁਸਤਕ ਹੈ। ਤੋ ਬੱਚੇ ਆਉਂਦੇ ਨੇ, 5-7 ਪਿੰਡਾਂ ਦੇ ਸਾਡਾ ਬਾਰਡਰ ਏਰੀਆ ਹੈ, ਅਤੇ ਨੇੜੇ ਪਿੰਡਾਂ ਦੇ ਬੱਚੇ ਹਰਿਆਣੇ ਦੇ, ਰਾਜਸਥਾਨ ਦੇ ਲੈ ਕੇ ਜਾਂਦੇ ਨੇ, ਉਹਦਾ ਫਾਇਦਾ ਉਠਾਉਂਦੇ ਵੱਧ ਤੋਂ ਵੱਧ। ਅੱਛਾ, ਉਹ ਜਿਹੜੀਆਂ ਬੁੱਕਸ ਨੇ ਜੀ, ਉਹ ਤੁਸੀਂ ਜਿਹੜੀਆਂ ਦਿੰਦੇ ਹੋ, ਉਹ ਪਰਚੇਜ਼ ਕਰਦੇ ਆ ਉਹ, ਜਾਂ ਫਿਰ ਉਹਨਾਂ ਨੂੰ ਫ੍ਰੀ ਆਫ ਕੋਸਟ ਦਿੰਦੇ? ਨਹੀਂ, ਫ੍ਰੀ ਆਫ ਕੋਸਟ ਜੀ। ਉਹ ਅਸੀਂ ਹੁਣ ਜਿਹੜੇ ਪਿੰਡ ਹੈ ਜਿਵੇਂ ਸਾਡੇ, ਉਹਨਾਂ ਨੂੰ ਅਸੀਂ 20-50 ਕਿਤਾਬਾਂ ਜਿਹੜੇ ਉੱਥੋਂ ਦੇ ਪ੍ਰਬੰਧਕ ਜਾਂ ਕਲੱਬ ਦੇ ਪ੍ਰਧਾਨ ਉਹਨਾਂ ਨੂੰ ਦੇ ਦਿੰਦੇ ਹਾਂ। ਉਸ ਤੋਂ ਬਾਅਦ ਉਹ ਪੜ੍ਹ ਕੇ ਵਾਪਸ ਦੇ ਜਾਂਦੇ ਨੇ, ਫਿਰ 20-50 ਕਿਤਾਬਾਂ ਉਹ ਬਦਲ ਕੇ ਲੈ ਜਾਂਦੇ ਨੇ। ਕੋਈ ਹਰ ਇਕੱਲਾ ਬੰਦਾ ਆ ਨਹੀਂ ਸਕਦਾ, ਲਿਜਾ ਨਹੀਂ ਸਕਦਾ, ਉਹ ਪਿੰਡ 'ਚੋਂ ਆਪਣੇ ਉਪਲਬਧ ਉਹਨਾਂ ਨੂੰ ਪਿੰਡ 'ਚ ਹੀ ਕਰ ਦਿੰਦੇ ਅਸੀਂ। ਇੱਕ ਵੱਡੀ ਗੱਲ ਹੈ ਜੀ ਕਿ ਜਦੋਂ ਲੋਕਾਂ ਨੂੰ ਪੜ੍ਹਨ ਵਾਸਤੇ ਕਿਤਾਬਾਂ ਚਾਹੀਦੀਆਂ, ਪਰ ਉਹ ਕਿਤੋਂ ਇਸ਼ੂ ਨਹੀਂ ਹੋ ਸਕਦੀਆਂ। ਵੱਡੀਆਂ ਸੰਸਥਾਵਾਂ ਇਹ ਠੋਕਵੇਂ ਵਾਅਦੇ ਕਰਦੀਆਂ ਕਿ ਅਸੀਂ ਤੁਹਾਨੂੰ ਦੇਵਾਂਗੇ, ਪਰ ਕਰਦਾ ਕੋਈ ਨਹੀਂ। ਅਤੇ ਤੁਸੀਂ ਇੱਕ ਬਹੁਤ ਛੋਟੇ ਲੈਵਲ ਦੇ ਕਿਸਾਨ ਹੋ, ਫਿਰ ਵੀ ਤੁਸੀਂ ਇਹ ਵੱਡਾ ਕੰਮ ਕਰ ਰਹੇ ਹੋ। ਕਿਵੇਂ ਲੱਗਦਾ ਹੈ ਕਿ ਜਿਹੜੀਆਂ ਵੱਡੀਆਂ ਸੰਸਥਾਵਾਂ ਉਹਨਾਂ ਨੂੰ ਵੀ ਤੁਹਾਡੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਕਰਨਾ ਚਾਹੀਦਾ? ਨਹੀਂ, ਹੈਰਾਨੀ ਦੀ ਗੱਲ ਤਾਂ ਹੈ ਜੀ, ਬਾਦਲ ਪਿੰਡ ਤੋਂ 2 ਲੈਕਚਰਾਰ ਆ ਜਿਹੜੇ ਮੇਰੇ ਪਿੰਡ ਕਿਤਾਬਾਂ ਲੈਣ ਆਉਂਦੇ ਆ। ਹਾਲਾਂਕਿ CM ਦੇ ਪਿੰਡ ਤੋਂ ਚੱਲ ਕੇ ਆਉਂਦੇ ਨੇ। SPC ਬਲਰਾਜ ਸਿੰਘ ਸਿੱਧੂ ਇੱਥੋਂ ਕਿਤਾਬਾਂ ਲੈ ਕੇ ਜਾਂਦੇ ਰਹੇ, ਮੈਥੋਂ ਪੜ੍ਹਦੇ ਰਹੇ ਨੇ। ਉਹ ਬਹੁਤ ਵਧੀਆ ਲਿਖਾਰੀ ਵੀ ਨੇ। ਔਰ ਮੈਨੂੰ ਇਹ ਮਾਣ ਹੈ ਕਿ ਮੇਰੇ ਪਿੰਡ ਹੈ ਜਿਹੜਾ ਸਾਰੇ ਪਿੰਡਾਂ ਦੇ ਵਿੱਚੋਂ, ਲੰਬੀ ਬਲਾਕ ਦੇ ਵਿੱਚੋਂ ਜਿਹੜੇ ਹੈ ਇੱਥੇ ਲਾਇਬ੍ਰੇਰੀ ਹੈ, ਹੋਰ ਕਿਸੇ ਪਿੰਡ ਦੇ ਵਿੱਚ ਹੋਵੇ ਨਹੀਂ, ਕਾਮਯਾਬ ਨਹੀਂ ਲਾਇਬ੍ਰੇਰੀ। ਤੁਹਾਡੇ ਜਿਹੜੇ ਨਾਲ ਲੱਗਦੇ ਹੈ, ਹਾਕੂ ਵਾਲਾ ਹੈ, ਲਵਾਰਾ ਹੈ, ਘੁਮਿਆਰਾ ਹੈ, ਇਹ ਪਿੰਡ ਨੇ ਜਿਹੜੇ, ਇਹ ਬੇਸਿਕਲੀ ਇੱਥੇ ਬਹੁਤ ਗਰੀਬ ਲੋਕ ਵੀ ਵੱਸਦੇ ਨੇ। ਵੈਸੇ ਤਾਂ ਹਰੇਕ ਪਿੰਡ ਦੇ ਵਿੱਚ ਹੁੰਦੇ ਨੇ, ਪਰ ਇਹਨਾਂ ਪਿੰਡਾਂ 'ਚ ਥੋੜ੍ਹੇ ਜਿਹੇ ਜ਼ਿਆਦਾ ਨੇ। ਅਤੇ ਇਹ ਜਦੋਂ ਬੱਚੇ ਆਉਂਦੇ ਨੇ ਤੁਹਾਡੇ ਤੋਂ ਕਿਤਾਬਾਂ ਪੜ੍ਹਦੇ ਨੇ, ਕਿੰਨੀ ਖੁਸ਼ੀ ਆਪਦੇ ਆਪ ਨੂੰ ਮਹਿਸੂਸ ਕਰਦੇ? ਨਹੀਂ, ਸਾਨੂੰ ਤਾਂ ਇਹ ਵੀ ਕਿਤਾਬਾਂ ਦਾ ਸਟਾਕ ਕਰਕੇ ਰੱਖਣ ਨਾਲੋਂ ਤਾਂ ਜੇ ਚੱਲਦੀਆਂ ਰਹਿਣ। ਹੁਣ ਸਕਤਾ ਖੇੜਾ ਹੈ, ਇੱਥੇ ਪਿੰਡਾਂ ਜਾਂਦੀਆਂ ਨੇ, ਰਾਜਸਥਾਨ ਦੇ ਵੀ ਨੇੜੇ ਪਿੰਡਾਂ ਜਾਂਦੀਆਂ, ਕੰਦੂ ਖੇੜੇ ਤੱਕ ਸਾਡੀਆਂ ਬੁੱਕਸ ਜਾਂਦੀ ਹੈ। ਅਤੇ ਸਾਨੂੰ ਤਾਂ ਇਹ ਚੱਲਦਾ ਰਹੇ ਸਰਕਲ, ਤਾਂ ਉਹੀ ਫਾਇਦਾ ਹੈ। ਜੇ ਪਈਆਂ ਕਿਤਾਬਾਂ ਦਾ ਕੋਈ ਫਾਇਦਾ ਨਹੀਂ। ਬਾਕੀ ਹੁਣ ਜੋ ਹੈ ਮੋਬਾਈਲ ਨੇ ਬਹੁਤ ਭਾਰੀ ਸੱਟ ਜਿਹੜੀ ਹੈ ਸਾਹਿਤ ਨੂੰ, ਲਾਇਬ੍ਰੇਰੀ ਨੂੰ ਮਾਰੀ ਹੈ। ਬੱਚਿਆਂ ਦੇ ਵਿੱਚ ਜਿਹੜਾ ਰੁਝਾਨ ਬਹੁਤ ਘਟ ਗਿਆ ਪੜ੍ਹਨ ਦਾ, ਔਰ ਮੋਬਾਈਲ 'ਤੇ ਟਾਈਮ ਪਾਸ ਕਰਦੇ ਨੇ। ਕਿਤਾਬਾਂ ਬਹੁਤ ਹੀ ਜਿਹੜਾ ਹੈ ਲਿਜਾਣੀਆਂ ਬੰਦ ਹੋ ਗਈਆਂ ਨੇ, ਘਟ ਗਈਆਂ ਨੇ। ਅਤੇ ਸਾਨੂੰ ਮਹਿਸੂਸ ਹੁੰਦਾ ਹੈ ਵੀ ਜਿਹੜੀ ਲਾਇਬ੍ਰੇਰੀ ਹੈ ਅਕਸਰ ਹੌਲੀ ਘਟ ਰਿਹਾ ਇਸ ਵਕਤ। ਅੱਛਾ, ਫਲੋਰ ਸਿੰਘ ਜੀ, ਪਿਛੋਕੜ ਤੁਹਾਡਾ ਕੀ ਰਿਹਾ ਹੈ? ਸ਼ੁਰੂ ਤੋਂ ਤੁਸੀਂ, ਤੁਹਾਡੀ ਐਜੂਕੇਸ਼ਨ ਕੀ ਰਹੀ ਹੈ,
ਤੁਸੀਂ ਅੱਜ ਤੱਕ ਤੁਹਾਡੀ ਉਮਰ ਹੋ ਗਈ ਹੈ ਤੇ ਕੀ ਕੁਛ ਕੀਤਾ ਹੈ, ਕਿੰਨੇ ਕੁ ਸ਼ੌਂਕ ਜਿਹੜੇ ਤੁਸੀਂ ਅੱਜ ਤੱਕ ਪੂਰੇ ਕਰ ਚੁੱਕੇ ਹੋ ਤੇ ਕਿੰਨੇ ਕੁ ਹਲੇ ਰਹਿੰਦੇ ਆ ਜਿਹੜੇ ਪੂਰੇ ਕਰਨੇ ਆ? ਸ਼ੌਕ, ਮੈਂ ਗਵਰਨਮੈਂਟ ਹਾਈ ਸਕੂਲ ਹਾਕੂ ਵਾਲੇ 10ਵੀਂ ਉੱਥੋਂ ਤੱਕ 10ਵੀਂ ਕਰੀ ਹੈ ਔਰ ਮੈਨੂੰ ਬਹੁਤ ਹੀ ਸੁਚੱਜੇ ਟੀਚਰ ਜਿਹੜੇ ਮਿਲੇ, ਮੈਨੂੰ ਇਹਨਾਂ ਨੇ ਉਂਗਲ ਫੜ ਕੇ ਤੋਰਿਆ, ਲਿਖਣ ਵੱਲ ਪ੍ਰੇਰਿਆ। ਔਰ ਮੈਂ ਕੋਈ ਵੀ ਕਹਾਣੀ ਵਗੈਰਾ ਲਿਖਦਾ ਸੀ ਤਾਂ ਆਪਦੇ ਉਸਤਾਦ ਟੀਚਰਾਂ ਨੂੰ ਪਹਿਲਾਂ ਦਿਖਾਉਂਦਾ, ਫਿਰ ਉਹ ਨੁਕਸ ਕੱਢਦੇ ਜਾਂ ਦੱਸਦੇ, ਸਾਰਾ ਹੀ ਬਹੁਤ ਵਧੀਆ ਹੈ। ਔਰ ਜਿਹੜੇ ਸ਼ੌਕ ਮੈਂ ਜਿਹੜੇ ਹੈ ਆਪਣੇ ਜੀ ਪੂਰੇ ਕਰ ਰਿਹਾ। ਮੇਰਾ ਇੱਕੋ ਇੱਕ ਸ਼ੌਕ ਹੈ, ਮੈਂ ਮੂਰਤੀਕਾਰ ਵੀ ਬਣਨਾ ਚਾਹੁੰਦਾ ਸੀ ਪਰ ਮੈਂ ਬਦਕਿਸਮਤੀ ਕੋ ਨਹੀਂ ਬਣ ਸਕਿਆ। ਕੋਈ ਨੇੜੇ ਸਾਡੇ ਇੱਥੇ ਕੋਈ ਸੋਰਸ ਨਹੀਂ ਸੀ ਸਿਖਾਉਣ ਦਾ, ਅਤੇ ਮੈਂ ਮੂਰਤੀਕਾਰ ਵੀ ਬਣਨਾ ਚਾਹੁੰਦਾ ਸੀ ਪਰ ਮੈਂ ਬਾਕੀ ਸ਼ੌਕ ਪੂਰੇ ਕਰੇ ਹੈਗੇ ਨਾ। ਪਰਮਾਤਮਾ ਦੀ ਮਿਹਰ ਕਹੋ ਜਾਂ ਜਿਹੜੇ ਹੈ ਮਾਤਾ ਪਿਤਾ ਦਾ ਉੱਤੇ ਹੱਥ ਸੀ ਸਿਰ ਦੇ ਉੱਤੇ, ਹਰ ਸ਼ੌਕ ਪੂਰਾ ਹੋਇਆ ਜੀ ਮੇਰਾ। ਅੱਛਾ, ਕਦੇ ਇਹ ਨਹੀਂ ਤੁਹਾਡੇ ਮਾਤਾ ਪਿਤਾ ਨੇ ਨਹੀਂ ਰੋਕਿਆ ਜੀ ਕਿ ਅਸੀਂ ਚਾਹੁੰਦੇ ਹਾਂ ਤੂੰ ਡਾਕਟਰ ਬਣੇ, ਤੂੰ ਇੰਜੀਨੀਅਰ ਬਣੇ ਜਾਂ ਤੂੰ ਕੁਛ ਹੋਰ ਬਣੇ ਤੇ ਤੂੰ ਕਿੱਧਰ ਨੂੰ ਤੁਰ ਪਿਆ? ਇਹ ਗੱਲਾਂ ਨਹੀਂ ਹੋਈਆਂ ਕਦੇ? ਨਹੀਂ ਹੋਇਆ, ਮਾਤਾ ਪਿਤਾ ਨੇ ਡਾਕਟਰ ਲਾਈਨ 'ਚ ਵੀ ਮੈਨੂੰ ਲਾਇਆ, ਡਾਕਟਰ ਕੋਲੇ ਮੈਂ 2 ਸਾਲ ਲਾਏ, ਪਰ ਮੈਨੂੰ ਦਿਲ ਦੇ ਵਿੱਚ ਇਹ ਸੀ ਡਾਕਟਰ ਲਾਈਨ ਵੀ ਜਿਹੜੀ ਹੈ ਮਨ ਪਸੀਜ ਜਾਂਦਾ ਵੀ ਕਿ ਦਵਾਈ ਦੇਣੀ ਪੈਂਦੀ ਹੈ। ਔਰ ਇਹ ਹੈ ਵੀ ਡਾਕਟਰ ਲਾਈਨ ਜਿਹੜੀ ਹੈ ਜੇ ਤਾਂ ਸੇਵਾ ਭਾਵਨਾ ਨਾਲ ਕਰੀਏ ਤਾਂ ਉਹ ਫੇਲ ਹੈ, ਜੇ ਨਿਰਦਈ ਹੋ ਕੇ ਵੱਢੀਏ ਤਾਂ ਉਹ ਕਾਮਯਾਬ ਹੈ। ਸੋ ਮੈਂ ਇਸ ਦੇ ਵਿੱਚ ਉਹ ਕੰਮ ਨਹੀਂ ਕਰ ਸਕਿਆ, ਮੈਂ ਸੇਵਾ ਭਾਵਨਾ ਨੂੰ ਸਮਰਪਿਤ ਰਿਹਾ ਔਰ ਡਾਕਟਰੀ ਕਰੀ ਵੀ, ਮੈਂ ਕੁਛ ਚਿਰ ਪ੍ਰੈਕਟਿਸ ਕਰੀ ਹੈ ਪਰ ਉਸ 'ਚ ਮੈਂ ਇਸ ਕਰਕੇ ਪੈਸੇ ਨਹੀਂ ਕਮਾਏ, ਮੈਂ ਸਿਰਫ ਸੇਵਾ ਦੀ ਇੱਕ ਭਾਵਨਾ ਨਾਲ ਹੀ ਕੀਤਾ ਜੀ ਉਸ ਨੂੰ। ਤੁਸੀਂ ਤਕਰੀਬਨ ਹੁਣ ਤੱਕ ਸ਼ੌਂਕ ਪੂਰੇ ਕੀਤੇ ਆਪਦੇ ਜਾਂ ਲੋਕਾਂ ਲਈ ਕੰਮ ਕੀਤੇ ਨੇ, ਫਿਰ ਘਰ ਦਾ ਗੁਜ਼ਾਰਾ ਜਾਂ ਫਿਰ ਬੱਚਿਆਂ ਦੀ ਪੜ੍ਹਾਈ, ਬੱਚਿਆਂ ਦਾ ਵਿਆਹ ਵੀ ਕਰਨਾ ਹੈ, ਉਹ ਸਾਰਾ ਕੁਝ ਕਿਵੇਂ ਪੋਸੀਬਲ ਹੋਇਆ? ਨਹੀਂ, ਜ਼ਮੀਨ ਹੈ ਜੀ ਸਾਡੇ ਕੋਲ, ਪਿਤਾ ਪੁਰਖੀ ਜ਼ਮੀਨ ਆਈ ਚਲਾਈ ਚੱਲਦੀ ਸਹੀ, ਬਹੁਤ ਵਧੀਆ ਹੈ। ਸਾਡੇ ਖੇਤੀ ਚੱਲਦੀ ਰਹੀ ਹੈ, ਛੋਟੇ ਭਾਈ ਕਰਦੇ ਨੇ, ਮੇਰੇ ਤੋਂ ਛੋਟਾ ਪੁਲਿਸ ਦੇ ਵਿੱਚ ਸੀ, ਤਾਂ ਸਾਡਾ ਘਰ ਦਾ ਗੁਜ਼ਾਰਾ ਠੀਕ ਸੀ, ਆਈ ਚਲਾਈ। ਕਦੇ ਇਹ ਨਹੀਂ ਸੋਚਿਆ ਕਿ ਜਿਵੇਂ ਪਿੰਡ ਦੇ ਵਿੱਚ ਵੱਡੀਆਂ ਵੱਡੀਆਂ ਕੋਠੀਆਂ ਨੇ ਤੇ ਸਾਡੀ ਵੀ ਉੱਦਾਂ ਹੋਵੇ, ਅਸੀਂ ਵੱਧ ਪੈਸਾ ਕਮਾਈਏ? ਨਹੀਂ ਜੀ, ਸਾਨੂੰ ਜਿੱਥੇ ਤੱਕ ਰਹੇ ਅਸੀਂ ਸੰਤੁਸ਼ਟ ਹੈ, 100% ਸੰਤੁਸ਼ਟ ਹੈ। ਪ੍ਰਮਾਤਮਾ ਨੇ ਜੋ ਦਿੱਤਾ ਸਾਨੂੰ ਬਹੁਤ ਜ਼ਿਆਦਾ ਦਿੱਤਾ ਹੈ, ਸਾਡੇ ਹੈਸੀਅਤ ਤੋਂ ਜ਼ਿਆਦਾ ਦਿੱਤਾ ਹੈ, ਅਸੀਂ ਸੰਤੁਸ਼ਟ ਹੈ। ਸਾਡੇ ਕੋਲੇ ਬਹੁਤ ਵਧੀਆ ਹਰ ਸ਼ੈ ਸਾਨੂੰ ਦਿੱਤੀ ਹੈ, ਪ੍ਰਮਾਤਮਾ ਨੇ ਨਵਾਜਿਆ ਸਾਨੂੰ, ਉਸ ਦਾ ਸ਼ੁਕਰਾਨਾ ਅਸੀਂ ਵੱਧ ਤੋਂ ਵੱਧ ਕਰਦੇ ਹਾਂ। ਅੱਛਾ, ਹੁਣ ਪ੍ਰੈਜ਼ੈਂਟ ਦੇ ਵਿੱਚ ਤੁਸੀਂ ਹਾਰਟ ਦੇ ਪੇਸ਼ੈਂਟ ਹੋ, ਹੁਣ ਪ੍ਰੈਜ਼ੈਂਟ ਦੇ ਵਿੱਚ ਕੀ ਕਰ ਰਹੇ ਹੋ? ਮੈਂ ਸੁਣਿਆ ਕਿ ਤੁਸੀਂ ਸੋਸ਼ਲ ਵਰਕਰ ਦਾ ਵਿੱਚ ਐਕਟਿਵ ਹੋ। ਹਾਂਜੀ, ਸਮਾਜ ਸੇਵਾ, ਹੁਣ ਬਸ ਸਮਾਜ ਸੇਵਾ ਨੂੰ ਸਮਰਪਿਤ ਹੈ। ਲੋਕਡਾਊਨ ਦੇ ਵਿੱਚ ਅਸੀਂ ਜਿਹੜਾ ਹੈ ਸਮਾਜ ਸੇਵਾ, 3-4 ਲੜਕੀਆਂ ਜਿਹੜੀਆਂ ਘਰਾਂ 'ਚ ਬੈਠੀਆਂ ਸੀ, ਝਗੜੇ ਚੱਲ ਰਹੇ ਸਹੁਰਿਆਂ ਨਾਲ, ਇੱਥੋਂ ਤੱਕ ਕਿ ਇੱਕ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਸੀ, ਉਹ ਦੋਵਾਂ ਧਿਰਾਂ ਨੂੰ ਰਾਜ਼ੀਮੰਦ ਕਰਾ ਕੇ ਅਸੀਂ 4 ਲੜਕੀਆਂ ਜਿਹੜੀਆਂ ਆਪਣੇ ਘਰ ਵਸਦੀਆਂ ਕਰ ਦਿੱਤੀਆਂ ਨੂੰ। ਤਾਂ ਸਾਡੀ ਹਜੇ NGO ਅਸੀਂ ਇੱਕ ਰਜਿਸਟਰਡ ਕਰਾਉਣੀ ਚਾਹੁੰਦੇ ਹਾਂ ਵੀ ਜੋ ਵਕੀਲਾਂ ਜਾਂ ਪੁਲਿਸ ਦੇ ਧੱਕੇ ਚੜ੍ਹ ਕੇ ਘਰ ਬਰਬਾਦ ਹੋ ਰਹੇ ਹੈ ਉਹਨਾਂ ਨੂੰ ਲਾਈਨ 'ਤੇ ਲਿਆਂਦਾ ਜਾਵੇ, ਵਸਾਇਆ ਜਾਵੇ, ਧੀਆਂ ਉਹਦੇ ਘਰੇ ਵਸਦੀਆਂ ਠੀਕ ਨੇ। ਇਹ ਵੀ ਇੱਕ ਵੱਡੀ ਗੱਲ ਹੈ ਜੀ, ਜਦੋਂ ਲੋਕ ਆਪਦੀਆਂ ਧੀਆਂ ਦਾ ਨਹੀਂ ਰੱਖਦੇ ਕਿਸੇ ਤਰ੍ਹਾਂ ਦਾ, ਅਤੇ ਤੁਸੀਂ ਉਹਨਾਂ ਦੇ ਮਾਪੇ ਬਣ ਕੇ ਉਹਨਾਂ ਨੂੰ ਦੁਬਾਰੇ ਘਰਾਂ 'ਚ ਵਸਾਉਣੇ ਹੋ, ਵੱਡੀ ਗੱਲ ਹੈ। ਕਿਵੇਂ ਤੁਹਾਡੇ ਦਿਮਾਗ 'ਚ ਆਇਆ ਕਿ ਕਿਉਂਕਿ ਕੰਮ ਸੋਸ਼ਲ ਵਰਕਿੰਗ ਦੇ ਵੀ ਬਹੁਤ ਹੁੰਦੇ ਨੇ, ਤੁਹਾਡੇ ਦਿਮਾਗ 'ਚ ਇਹ ਕਿਵੇਂ ਆਇਆ ਕਿ ਜਿਹੜੀਆਂ ਧੀਆਂ ਸਾਡੀਆਂ ਬੈਠੀਆਂ ਨੇ ਆਪਦੇ ਘਰੇ ਜਾਂ ਫਿਰ ਸਹੁਰਿਆਂ ਦੇ ਨਾਲ ਲੜਾਈ ਹੈ ਜਾਂ ਕੋਰਟ ਦੇ ਵਿੱਚ ਕੇਸ ਚੱਲ ਰਹੇ ਨੇ, ਉਹਨਾਂ ਨੂੰ ਦੁਬਾਰੇ ਵਸਾਇਆ ਜਾਵੇ? ਗੱਲ ਕੀ ਹੈ ਨਾ ਜੀ, ਇੱਥੇ ਗੱਲ ਪਹੁੰਚ ਜਾਂਦੀ ਹੈ, ਕੋਈ ਝੁਕਣਾ ਨਹੀਂ ਚਾਹੁੰਦਾ, ਨਾ ਤਾਂ ਲੜਕੇ ਵਾਲਾ ਝੁਕਣਾ ਚਾਹੁੰਦਾ, ਨਾ ਲੜਕੀ ਵਾਲਾ ਝੁਕਣਾ ਚਾਹੁੰਦਾ। ਔਰ ਉੱਥੇ ਜੋ ਪੱਖ ਦੇ ਨਾਲ ਆਦਮੀ ਜਾਂਦੇ, ਲੜਕੀ ਵਾਲਿਆਂ ਨਾਲ ਜਿਹੜੇ ਜਾਂਦੇ ਹੈ ਉਹ ਲੜਕੀ ਦੀ ਹੀ ਗੱਲ ਕਰਦੇ ਆ, ਲੜਕੇ ਵਾਲੇ ਪੱਖ ਦੇ ਲੜਕੇ ਵਾਲੇ ਦੀ ਗੱਲ ਕਰਦੇ। ਨਿਰਪੱਖ ਗੱਲ ਕਰਨ ਵਾਲਾ ਕੋਈ ਵੀ ਪੰਚਾਇਤੀ ਬੰਦੇ ਨਹੀਂ ਹੁੰਦੇ। ਸੋ ਸਾਨੂੰ ਕੋਈ ਫਰਕ ਨਹੀਂ ਪੈਂਦਾ, ਲੜਕੀ ਵਾਲੇ ਦੇ ਵੀ ਅਸੀਂ ਪੈਰੀ ਹੱਥ ਲਾਏ ਨੇ, ਲੜਕੇ ਵਾਲਿਆਂ ਦੇ ਵੀ ਲਾਏ ਨੇ, ਔਰ ਅਸੀਂ ਇੱਕੋ ਹੀ ਮਕਸਦ ਲੈ ਕੇ ਚੱਲੇ ਵੀ ਅਸੀਂ ਘਰ ਵਸਾਉਣਾ ਹੈ ਔਰ ਵਸਾਏ ਵੀ ਹੈ। ਤਾਂ ਸਾਨੂੰ ਕੋਈ ਫਰਕ ਨਹੀਂ, ਅਸੀਂ ਨਿਊਟਰਲ ਗੱਲ ਕਰਦੇ ਹਾਂ, ਭਾਈ ਅਸੀਂ ਤਾਂ ਤੁਹਾਡੇ ਫਾਇਦੇ ਵਾਸਤੇ ਆਏ ਹਾਂ। ਦੋਨੋਂ ਧਿਰਾਂ ਮੰਨ ਵੀ ਜਾਂਦੀਆਂ, ਕਈ ਵਾਰੀ ਵਕੀਲਾਂ ਤੋਂ ਧੱਕੇ ਖਾ ਕੇ ਉਹ ਹੰਬੇ ਪਏ ਹੁੰਦੇ, ਉਹਨਾਂ ਨੂੰ ਦਿਲ ਵੀ ਕਰਦਾ ਹੁੰਦਾ ਵੀ ਅਸੀਂ ਸਮਝੌਤਾ ਕਰ ਲਈਏ, ਪਰ ਉਹ ਹਾਲਾਤ ਹੀ ਐਸੇ ਬਣੇ ਹੁੰਦੇ ਨੇ, ਉਹ ਹੋ ਨਹੀਂ ਸਕਦਾ ਹੁੰਦਾ। ਤਾਂ ਥੋੜ੍ਹਾ ਵਿੱਚ ਪੈਣ ਨਾਲ ਜੇ ਹੋ ਜਾਂਦਾ ਤਾਂ ਸਾਨੂੰ ਬੜੀ ਖੁਸ਼ੀ ਮਿਲਦੀ ਹੈ। ਕਦੇ ਇਹੋ ਜਿਹਾ ਨਹੀਂ ਹੋਇਆ ਜੀ ਕਿ ਤੁਸੀਂ ਗਏ ਲੜਕੀਆਂ ਨਾਲ ਗੱਲ ਕੀਤੀ ਤਾਂ ਲੜਕੀ ਵਾਲਿਆਂ ਨੇ ਕਹਿਤਾ ਵੀ ਤੁਸੀਂ ਇਹ ਤੋਂ ਕੀ ਲੈਣਾ, ਜਾਂ ਲੜਕੇ ਵਾਲਿਆਂ ਨੇ ਕਹਿਤਾ ਵੀ ਤੁਸੀਂ ਕੀ ਲੈਣਾ ਹੈ? ਕਦੇ ਨਹੀਂ, ਬਹੁਤ ਕੁਛ ਸੁਣਨੀਆਂ ਵੀ ਪੈਂਦੀਆਂ ਸੀ, ਬੜਾ ਕੁਛ ਸੁਣਿਆ ਹੀ। ਫਿਰ ਅਸੀਂ ਉਹ ਕਹਿ ਦਿੰਦੇ ਵੀ ਲੜਕੀ ਨੂੰ ਪੁੱਛੋ, ਸਾਡਾ ਕੋਈ ਸਹੁਰੇ ਪਰਿਵਾਰ ਨਾਲ ਨਹੀਂ, ਤੁਹਾਡੇ ਨਾਲ ਕੋਈ ਲਿੰਕ ਨਹੀਂ, ਅਸੀਂ ਤਾਂ ਸਿਰਫ ਚੰਗੇ ਕੰਮ ਨੂੰ ਆਏ ਹਾਂ, ਤੁਹਾਡੀ ਲੜਕੀ ਵਸਦੀ ਹੋ ਜੇ ਸਾਡੇ ਵਾਸਤੇ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ।
ਤੋ ਅਸੀਂ ਚੰਗੇ ਕੰਮ ਵਾਸਤੇ ਆਏ, ਜੇ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਵਿੱਚ ਪੈ ਜਾਂਦੇ ਹਾਂ, ਫਿਰ ਕੁਛ ਰਿਸਪੌਂਸ ਮਿਲਦਾ ਹੈ ਤਾਂ ਅਸੀਂ ਫਿਰ ਉਸ ਨੂੰ ਪੂਰਾ ਸਿਰੇ ਲਾ ਕੇ ਹਟਦੇ ਹਾਂ ਕੰਮ। ਅੱਛਾ, ਇਹ ਕੰਮ ਜਿਹੜਾ ਹੈਗਾ ਜੀ ਹਜੇ ਵੀ ਅੱਗੇ ਕੰਟੀਨਿਊ ਨੇ? ਹਾਂ, ਅਸੀਂ ਇੱਕ NGO ਰਜਿਸਟਰਡ ਕਰਾਉਣੀ ਚਾਹੁੰਦੇ ਹਾਂ, ਉਹਦੇ ਵਿੱਚ ਜਿਹੜੀ ਇੱਕ ਲੇਡੀਜ਼ ਵਕੀਲ ਵੀ ਹੈ, ਕੁਛ ਅਸੀਂ ਪੁਲਿਸ ਵਾਲੇ ਵੀ ਨਾਲ ਲਵਾਂਗੇ, ਲੇਡੀਜ਼ ਜਿਹੜੀ ਹੈ ਕੋਈ ਇੰਸਪੈਕਟਰ ਲੈਵਲ ਦੀ ਹੋਵੇ ਘੱਟੋ ਘੱਟ ਜਾਂ SP। ਤੋ ਸਾਰੇ ਬੈਠ ਕੇ ਬਹੁਤ ਮਸਲੇ ਜਿਹੜੇ ਹੈਗੇ ਨੇ ਨਿਬੜ ਜਾਂਦੇ ਆ, ਕੋਈ ਬਾਹਲੇ ਵੱਡੇ ਨਹੀਂ ਹੁੰਦੇ, ਪਰ ਆਹ ਜਿਹੜੇ ਵਕੀਲ ਚੱਕ ਕੇ ਭੇਜ ਦਿੰਦੇ ਆ ਅਦਾਲਤਾਂ 'ਤੇ ਚੱਲ ਪੈਂਦੇ ਨੇ, ਕੁਛ ਪੰਚਾਇਤੀ ਬੰਦੇ ਇਹੋ ਜਿਹੇ ਹੁੰਦੇ ਹੈਗੇ ਨੇ ਜਿਹੜੇ ਉਹ ਹਵਾ ਦੇਣ ਵਾਲੇ ਹੁੰਦੇ ਹੈਗੇ, ਫਿਰ ਉਹ ਕੰਮ ਜ਼ਿਆਦਾ ਵੱਧ ਜਾਂਦਾ ਹੈ, ਮੁੜ ਕੇ ਨਹੀਂ ਲੋਟ ਆਉਂਦੇ। ਅੱਛਾ ਜੀ, ਹੁਣ ਜਿਹੜਾ ਅੱਜ ਦੇ ਟਾਈਮ 'ਚ ਸਭ ਤੋਂ ਵੱਡਾ ਮੁੱਦਾ ਜਿਹੜਾ ਕਿਸਾਨੀ ਦਾ ਚੱਲ ਰਿਹਾ, ਬੇਸਿਕਲੀ ਤੁਸੀਂ ਵੀ ਕਿਸਾਨ ਹੋ ਤੇ ਇੱਕ ਨਵੀਂ ਤਕਨੀਕ ਨਾਲ ਵੀ ਤੁਸੀਂ ਕਿਸਾਨੀ ਕਰਦੇ ਹੋ। ਕੀ ਲੱਗਦਾ ਹੈ ਜਿਹੜੇ 3 ਬਿੱਲ ਨੇ ਕਿੰਨੇ ਕੁ ਮਾਰੂ ਨੇ ਤੇ ਸਰਕਾਰ ਵਾਪਸ ਲੈ ਲੂ ਕਿ ਜਿਹੜਾ ਮਤਲਬ ਦੋਨੇ ਪਾਸੋਂ ਜਿਹੜਾ ਰਵੱਈਆ ਹੈ ਉਹ ਅੜੀਅਲ ਹੈ, ਕਿਸ ਨੂੰ ਝੁਕਣਾ ਪਊਗਾ? ਨਹੀਂ, ਬਿੱਲ ਤਾਂ ਮਾਰੂ, ਇਸ 'ਚ ਕੋਈ ਸ਼ੱਕ ਨਹੀਂ। ਜਦੋਂ ਕੋਈ ਚੀਜ਼ ਆਪਾਂ ਕਿਸੇ ਨੂੰ ਜ਼ਬਰਦਸਤੀ ਦਿੰਦੇ ਆ, ਕਿਸੇ ਦਾ ਫਾਇਦਾ ਨਹੀਂ, ਆਪਾਂ ਅਗਲਾ ਨਹੀਂ ਚਾਹੁੰਦਾ ਤਾਂ ਨਾ ਕਰੇ ਸਰਕਾਰ। ਉਹ ਇਹ ਪੂੰਜੀਪਤੀਆਂ ਦੀ ਜਿਹੜੀ ਹੈ ਗੋਦ 'ਚ ਬੈਠੇ ਹੈ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਹੈ, ਪਰ ਨਹੀਂ ਝੁਕਣਾ ਨਹੀਂ ਚਾਹੁੰਦੇਗੇ, ਪਰ ਇਹ ਅਕਸਰ ਝੁਕਣਾ ਪੈਣਾ ਹੈਗਾ, ਕਿਉਂ ਸਾਰਾ ਦੇਸ਼ ਜਿਹੜਾ ਸਾਡਾ ਨਿਰਭਰ ਹੈ, ਕਿਸਾਨੀ 'ਤੇ ਨਿਰਭਰ ਹੈ। ਤੇ ਇਹ ਯੂਰਪ ਦੇ ਦੇਸ਼ਾਂ ਦੀ ਕਰ ਰਹੇ ਨੇ ਰੀਸ, ਪਰ ਉਹ ਨਹੀਂ ਹੋਣੀ, ਕਿ ਸਾਡੇ ਤਾਂ ਜੇ ਇੱਕ ਫਸਲ ਮਾਰੀ ਜਾਵੇ ਪੂਰਾ ਦੇਸ਼ ਦੀ ਜਿਹੜੀ ਆਰਥਿਕ ਹਾਲਤ ਜਿਹੜੀ ਡਾਵਾਡੋਲ ਹੋ ਜਾਂਦੀ ਹੈ। ਕਿਸਾਨੀ 'ਤੇ ਖੜਾ ਸਾਰਾ ਦੇਸ਼, ਔਰ ਪੂਰਾ ਜਿਹੜਾ ਬਾਜ਼ਾਰ ਹੈਗਾ 90-95% ਜਿਹੜੇ ਲੋਕ ਹੈ ਕਿਸਾਨੀ ਨਾਲ ਜੁੜੇ ਹੋਏ ਨੇ, ਤੋ ਇਹਨਾਂ ਨੂੰ ਮੁੜਨਾ ਪੈਣਾ ਹੈਗਾ। ਇਹਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਜੀ? ਕਿਉਂਕਿ ਜੇ ਅੱਜ ਕਿਸਾਨੀ ਮਰਦੀ ਹੈ ਤਾਂ ਦੇਸ਼ ਖਤਮ ਹੈ, ਤੇ ਇਹਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਕਿ ਅਸੀਂ ਕਿਤੇ ਨਾ ਕਿਤੇ ਆਪ ਦੇ ਪੈਰ ਤੇ ਕੁਹਾੜੀ ਮਾਰਨ ਦਾ ਕੰਮ ਕਰ ਰਹੇ ਹਾਂ? ਇਹ ਜਿਹੜਾ ਪੂੰਜੀਪਤੀਆਂ ਨੇ ਰੱਟ ਲਾਈ ਹੈ, ਉਹੀ ਗੰਗਾ ਗਏ ਗੰਗਾ, ਰਾਮ ਜਮਨਾ ਗਏ ਜਮਨਾ ਦਾਸ, ਉਹ ਹੈ ਇਹਨਾਂ ਦੇ ਪੂੰਜੀਪਤੀਆਂ ਦੀ ਬੋਲੀ ਬੋਲਦੇ ਨੇ। ਉਹ ਕਿਸਾਨੀ ਤੋਂ ਬਹੁਤ ਦੂਰ ਹੈ, ਇਹਨਾਂ ਨੂੰ ਪੈਸੇ ਮਗਰ ਪਏ ਨੇ, ਉਹਨਾਂ ਦੇ ਮਾਫ ਕਰ ਰਹੇ ਨੇ, ਅਰਬਾਂ ਖਰਬਾਂ ਰੁਪਏ ਮਾਫ ਕਰੇ ਨੇ, ਔਰ ਕਿਸਾਨੀ ਦਾ ਨਹੀਂ ਮਾਫ ਕਰ ਰਹੇ, ਕਿਸਾਨ ਖੁਦਕੁਸ਼ੀ ਕਰ ਰਿਹਾ। BJP ਦੇ ਲੀਡਰ ਤਾਂ ਇਹ ਕਹਿੰਦੇ ਹੈ ਜੀ ਕਿ ਜਿਹੜੇ ਬਿੱਲ ਨੇ ਬਹੁਤ ਸਹੀ ਨੇ, ਹਲੇ ਵੀ ਇਹ ਗੱਲ ਕਹਿ ਰਿਹਾ ਹੈ, ਜਦ ਕਿ ਜਿਹਨਾਂ ਉਹਨਾਂ ਦੇ ਖੇਤੀ ਮੰਤਰੀ ਆ ਉਹ ਇਹ ਕਹਿ ਰਿਹਾ ਵੀ ਸਾਡੇ ਬਿੱਲਾਂ 'ਚ ਖਾਮੀਆਂ ਨੇ, ਉਹ ਅਸੀਂ ਠੀਕ ਕਰ ਦਿੰਦੇ ਹਾਂ। ਪਰ ਜਿਹੜੇ ਪੰਜਾਬ ਦੇ ਲੀਡਰ ਨੇ BJP ਦੇ, ਉਹ ਤਾਂ ਕਹਿੰਦੇ ਵੀ ਸਾਡੇ ਬਿੱਲ ਹੀ ਸਹੀ ਨੇ। ਨਹੀਂ, ਜਦੋਂ ਕਿਸੇ ਦਾ ਆਪਾਂ ਫਾਇਦਾ ਕਰਦੇ, ਫਾਇਦਾ ਸਾਨੂੰ ਨਹੀਂ ਚਾਹੀਦਾ, ਅਸੀਂ ਕਹਿੰਦੇ ਸਾਨੂੰ ਤਾਂ ਉਸੇ ਹਾਲਤ 'ਚ ਹੀ ਰਹਿਣ ਦਿਓ, ਫਿਰ ਜ਼ਬਰਦਸਤੀ ਕਿਉਂ ਠੋਸਦੇ ਨੇ? ਭਾਵੇਂ ਕਿੰਨੇ ਵੀ ਚੰਗੇ, ਪਰ ਸਾਨੂੰ ਨਹੀਂ ਮਨਜ਼ੂਰ ਜਦੋਂ ਨਾ ਕਰਨ, ਫਿਰ ਜਨਤਾ ਪਬਲਿਕ ਦੇ ਨਾਲ ਹੀ ਅਕਸਰ ਚੱਲਣਾ ਪੈਂਦਾ ਹੈ। ਰਾਜਾ ਹੈ ਦੇਸ਼ ਦਾ, ਉਹ ਵਾਪਸਮਾਨ ਹੁੰਦਾ ਹੈ ਪਬਲਿਕ ਦੇ, ਜੋ ਪਬਲਿਕ ਨਹੀਂ ਚਾਹੁੰਦੀ ਤਾਂ ਉਹਨੂੰ ਨਹੀਂ ਕਰਨਾ ਚਾਹੀਦਾ। ਔਰ ਲక్ష్ਮੀ ਕਾਂਤਾ ਚਾਵਲਾ ਜੀ ਹੈ, ਉਹਨਾਂ ਨੇ ਵੀ ਕਿਹਾ, ਮੇਰੇ ਉਹਨਾਂ ਨਾਲ ਬਹੁਤ ਨਿੱਜੀ ਸੰਬੰਧ ਨੇ, ਫੋਨ ਤੇ ਗੱਲਬਾਤ ਹੁੰਦੀ ਰਹੀ, ਉਹਨਾਂ ਨੇ ਵੀ ਕਿਹਾ ਮੋਦੀ ਸਾਹਿਬ ਨੂੰ ਇਹ ਵਾਪਸ ਲੈਣਾ ਚਾਹੀਦਾ। ਹਾਲਾਂਕਿ ਉਹ BJP ਦੇ ਲੀਡਰ ਨੇ, ਉਹਨਾਂ ਨੇ ਇਹ ਨਸੀਹਤ ਦਿੱਤੀ ਹੈ ਲక్ష్ਮੀ ਕਾਂਤਾ ਚਾਵਲਾ ਜੀ ਨੇ, ਇਹ ਮੋਦੀ ਸਾਹਿਬ ਬਿੱਲ ਵਾਪਸ ਲੈਣ। ਇਹਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਜੀ ਕਿ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਮੇਰੀ ਇੱਜ਼ਤ ਦਾ ਸਵਾਲ ਹੈ, ਪਰ ਆਪਦਿਆਂ ਦੇ ਅੱਗੇ ਝੁਕਣਾ ਕਾਹਦੀ ਇੱਜ਼ਤ ਹੈ? ਉਹ ਆਪਦਿਆਂ 'ਚ ਕਾਹਦੀ ਇੱਜ਼ਤ ਜਾਣੀ ਹੈ ਤੇ ਆਉਣੀ ਹੈ? ਨਹੀਂ ਜੀ, ਇੱਜ਼ਤ ਤਾਂ ਜੇ ਉਹ ਨੀਵੇਂ ਹੋ ਕੇ ਕਿਸਾਨਾਂ ਦੇ ਨਾਲ ਖੜ ਜਾਂਦੇ, ਉਹ ਮੈਂ ਕਹਿੰਦਾ ਵੀ ਉਹ ਰਹਿੰਦੀ ਉਮਰ ਤੱਕ ਹੀ ਉਹਨਾਂ ਨੇ ਬਣਿਆ ਰਹਿਣਾ ਸੀਗਾ ਪ੍ਰਾਈਮ ਮਿਨਿਸਟਰ। ਪਰ ਹੁਣ ਜਿਹੜਾ ਉਹਨਾਂ ਦੀ ਇੱਜ਼ਤ ਨਹੀਂ ਰਹੀ, ਭਾਵੇਂ ਉਹ ਆਪਦੀ ਅੜੀ ਤੇ ਪੱਕੇ ਰਹਿਣ, ਪਰ ਇੱਜ਼ਤ ਉਹਨਾਂ ਦੀ ਨਹੀਂ ਪੱਲੇਗੀ। ਅੱਛਾ, ਇੱਕ ਜੀ ਲਾਸਟ ਸਵਾਲ ਤੁਹਾਡੇ ਤੋਂ, ਵੀ ਕਿਸਾਨਾਂ ਨੂੰ ਆਪਦੇ ਵੱਲ ਕਿੰਨਾ ਕੁ ਦੇਖਣਾ ਚਾਹੀਦਾ ਹੈ? ਕਿਉਂਕਿ ਜਦੋਂ ਇਹ ਬਿੱਲ ਨਹੀਂ ਆਏ ਸੀਗੇ, ਕਿਸਾਨੀ ਦਾ ਬੁਰਾ ਹਾਲ ਉਦੋਂ ਵੀ ਸੀਗਾ, MSP ਸਾਨੂੰ ਮਿਲਦੀ ਸੀ, ਸਭ ਕੁਝ ਸੀਗਾ, ਪਰ ਕਿਸਾਨ ਖੁਦਕੁਸ਼ੀ ਕਰਦੇ ਹੈ। ਅੱਜ ਦੇ ਟਾਈਮ 'ਚ ਬਹੁਤ ਵੱਡੇ ਕਰਜ਼ੇ ਦੇ ਥੱਲੇ ਹੈ। ਕਿਸਾਨਾਂ ਨੂੰ ਕਿਵੇਂ ਵੇਖਣਾ ਚਾਹੀਦਾ ਆਪਦੇ ਆਪ ਨੂੰ, ਤੇ ਕਿਵੇਂ ਉਹਨਾਂ ਨੂੰ ਚੱਲਣਾ ਚਾਹੀਦਾ? ਕਿਸਾਨਾਂ ਨੂੰ ਇੱਕ ਤਾਂ ਜਿਹੜੇ ਸਾਡੇ ਗਲਤ ਰੀਤੀ ਰਿਵਾਜ ਹੈ, ਵਿਆਹ ਸ਼ਾਦੀਆਂ ਤੇ ਮਰਗਾਂ ਤੇ ਬੇਹੱਦ ਜ਼ਿਆਦਾ ਇੱਕ ਦੂਜੇ ਤੋਂ ਵੱਧ ਕੇ ਖਰਚ ਕਰਨੇ, ਉਹਨਾਂ ਤੋਂ ਥੋੜ੍ਹਾ ਜਿਹਾ ਵਾਪਸ ਪੈਰ ਪਿੱਛੇ ਹਟ ਕਰਨਾ ਪੈਣਾ ਹੈਗਾ। ਔਰ ਜੇ ਉਹ ਕੋਠੀ ਵਾਲਾ ਕਲਚਰ ਆ ਗਿਆ ਹੈ, ਗੱਡੀਆਂ ਦਾ ਕਲਚਰ ਆ ਗਿਆ ਹੈ, ਉਹ ਚਾਦਰ ਵੇਖ ਕੇ ਪੈਰ ਪਸਾਰੇ ਜਾਣ, ਫਿਰ ਖੁਦਕੁਸ਼ੀ ਦੇ ਰਸਤੇ ਨਾ ਪੈਣ, ਤਾਂ ਇਹੀ ਬਿਹਤਰੀ ਹੈ ਆਪਣੇ ਖਰਚਿਆਂ 'ਤੇ ਕੰਟਰੋਲ ਕੀਤਾ ਜਾਵੇ। ਕਿਤੇ ਨਾ ਕਿਤੇ ਜੀ ਜਿਹੜਾ ਕਰੋਨਾ ਆਇਆ, ਉਹਨੇ ਸਾਨੂੰ ਇਹ ਤਾਂ ਸੇਧ ਦਿੱਤੀ ਕਿ ਭਾਵੇਂ ਸਰਕਾਰ ਨੇ ਕੀਤਾ ਕਿ ਬਈ ਤੁਸੀਂ 11 ਬੰਦੇ ਜਾਂ 20 ਬੰਦੇ ਬਰਾਤ ਜਾ ਸਕਦੇ ਹੋ, ਅਤੇ ਉਹ ਉੱਥੋਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਰੱਬ ਵੀ ਹੁਣ ਇਸ ਚੀਜ਼ ਤੋਂ ਅੱਕ ਗਿਆ, ਅਤੇ ਰੱਬ ਵੀ ਇਹ ਚਾਹੁੰਦਾ ਹੈ ਕਿ ਭਾਈ ਤੁਸੀਂ ਫਿਰ ਸਮਝ ਜਾਓ, ਨਹੀਂ ਤਾਂ ਫਿਰ ਕਿਸੇ ਨਾ ਕਿਸੇ ਹਿਸਾਬ ਨਾਲ ਇਸ ਸ੍ਰਿਸ਼ਟੀ ਦਾ ਜਿਹੜਾ
ਦੁਸ਼ਮਣ ਹੈ, ਤੁਸੀਂ ਇਨਸਾਨ ਦੁਸ਼ਮਣ ਬਣ ਚੁੱਕੇ ਅੱਜ, ਤੇ ਫਿਰ ਖਾਤਮਾ ਜਿਹੜਾ ਹੋਊਗਾ। ਕੁਦਰਤ ਦੇ ਨਿਯਮਾਂ ਦੇ ਅਨੁਸਾਰ ਸਾਨੂੰ ਚੱਲਣਾ ਹੀ ਪੈਣਾ ਹੈ ਜੀ, ਭਾਵੇਂ ਅੱਜ ਚੱਲੀਏ ਜਾਂ ਕੱਲ੍ਹ ਚੱਲੀਏ, ਔਰ ਰੀਤੀ ਰਿਵਾਜ ਸਿੱਧੇ ਸਾਦੇ ਕਰਨੇ ਪੈਣੇ ਹੈ। ਕਰੋਨਾ ਚਲੋ ਮਹਾਮਾਰੀਆਂ ਪਹਿਲਾਂ ਵੀ ਫੈਲਦੀਆਂ ਆਈਆਂ ਨੇ, ਔਰ ਸਾਨੂੰ ਉਹਨਾਂ ਹੈ ਨਹੀਂ ਜਿੰਨਾ ਜ਼ਿਆਦਾ ਡਰਾਇਆ ਜਾ ਰਿਹਾ ਹੈ। ਔਰ ਇਸ ਤੋਂ ਹੈ ਵੀ ਕਿਸਾਨਾਂ ਤੇ ਪਿੰਡਾਂ ਦੇ ਵਿੱਚ ਨਹੀਂ ਹੈ, ਕਿਸਾਨਾਂ ਨੂੰ ਆਪਣੀ ਸੂਝ-ਬੂਝ ਤੋਂ ਕੰਮ ਲੈਣਾ ਚਾਹੀਦਾ ਹੈ, ਔਰ ਜੋ ਸਰਕਾਰ ਦੇ ਹਦਾਇਤ ਹੈ, ਹਦਾਇਤ ਦਾ ਪਾਲਣ ਜ਼ਰੂਰ ਕੀਤਾ ਜਾਵੇ। ਸੋ ਦੋਸਤੋ, ਫਲਾਵਰ ਸਿੰਘ ਜੀ ਸੀ। ਮੈਨੂੰ ਲੱਗਦਾ ਕਿ ਇਹਨਾਂ ਦੀ ਖੁਸ਼ੀ ਦਾ ਜਿਹੜਾ ਵੱਡਾ ਸਿਸਟਮ ਹੈ, ਜੇ ਖੁਸ਼ ਹੈ ਤਾਂ ਸਭ ਤੋਂ ਵੱਡਾ ਉਹਦੇ ਵਿੱਚ ਕਾਰਨ ਇਹ ਹੈ ਕਿ ਇਹ ਆਪਦੇ ਵੱਡਿਆਂ ਨੂੰ ਨਹੀਂ ਦਿੰਦੇ, ਇਹ ਵੱਡੀਆਂ ਕੋਠੀਆਂ ਕਾਰਾਂ ਦੇ ਵਿੱਚ ਨਹੀਂ ਪੈਂਦੇ, ਅਤੇ ਜਿਹੜੀ ਇਹਨਾਂ ਨੇ ਨਵੀਂ ਵਿਧੀ ਨਾਲ ਇਹ ਪੌਦੇ ਤਿਆਰ ਕਰ ਰਹੇ ਨੇ, ਉਹ ਕਾਬਲੀਅਤ ਤਾਰਫ ਹੈ। ਕੈਮਰਾਮੈਨ ਮਨਪ੍ਰੀਤ ਸਿੰਘ ਦੇ ਨਾਲ ਬਲਕਰਨ ਸਿੰਘ ਡੱਬ ਵਾਲੀ, ਸਾਡਾ TV USA।